ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਸੁਖਮਨੀ ਮਹੱਲੇ ਪੰਜਵੇਂ ਦੀ ਬਾਣੀ। 17 ਸ਼ਲੋਕ ਤੇ 17 ਅਸ਼ਟਪਦੀਆਂ ਆਪਾਂ ਵਿਚਾਰ ਚੁੱਕੇ ਹਾਂ। ਅੱਜ 18ਵਾਂ ਸ਼ਲੋਕ ਤੇ 18ਵੀਂ ਅਸ਼ਟਪਦੀ ਦੀ ਆਪਾਂ ਵਿਚਾਰ ਕਰਾਂਗੇ। ਕੱਲ ਆਪਾਂ ਵਿਚਾਰ ਲਿਆ ਸੀ ਵੀ ਜਿਸ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ। तिस की शरण सर्व सुख पावै, तिस के दर्श सब पाप मिटावै। अवर सियानप सगली छाड़, तिस जन की तू सेवा लाग। आवण जान न होवी तेरा, नानक तिस जन के पूजो साध पैरा। भी जिसने उस प्रभु ਨੂੰ ਪਹਿਚਾਣ ਲਿਆ ਹੈ, ਉਸ ਨੂੰ ਮਾਲਕ ਫਿਰ ਇੱਕ ਜਾਨਾ ਬਖਸ਼ਿਸ਼ ਕਰਦਾ ਹੈ। ਉਹਦਾ ਸੰਗਤ ਕਰਕੇ ਆਪਾਂ ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਜਿੱਥੇ ਸਾਨੂੰ ਸੁੱਖ ਪ੍ਰਾਪਤ ਹੁੰਦੇ ਨੇ। ਤਿਸ ਕੈ ਦਰਸਾ ਪਾ ਮਿਟਾਵੇ। ਉਹ ਦਰਸ਼ ਕਿਹੜੇ ਨੇ? ਸਰੀਰਕ ਦਰਸ਼ਨ ਨੇ, ਗੁਰ ਦਾ ਗਿਆਨ, ਜਿਹਦੇ ਦੁਆਰਾ ਪਾਪਾਂ ਦਾ ਨਾਸ ਹੋ ਜਾਂਦਾ ਹੈ। ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਪਾਪਾਂ ਤੋਂ ਰਹਿਤ ਹੋ ਜਾਂਦਾ ਹੈ। ਆਵਰ ਸਿਆਣਪ ਸਗਲੀ ਛਾੜ, ਵੀ ਉਹ ਆਪਣੀ ਸਿਆਣਪ ਛੱਡਦੇ ਹੋਰ ਸਾਰੀ। ਤਿਸ ਜਨ ਕੀ ਤੂੰ ਸੇਵਾ ਲਾਗ, ਵੀ ਉਸ ਜਨ ਦੀ ਸੇਵਾ ਕੀ ਹੈ? ਉਸ ਦਾ ਸੰਗ ਕਰਕੇ, ਗੁਰ ਦਾ ਗਿਆਨ ਲੈ ਕੇ ਨਾਮ ਨੂੰ ਧਿਆ। ਇਹ ਸੇਵਾ ਹੈ ਉਸ ਸਾਧੂ ਜਨਾਂ ਦੀ, ਸੰਤ ਜਨਾਂ ਦੀ। ਸੰਤ ਕੀ ਸੇਵਾ ਨਾਮ ਧਿਆਈ ਹੈ। ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ। ਵੀ ਆਵਣ ਜਾਵਣ ਤੇਰਾ ਖਤਮ ਹੋ ਜਾਏਗਾ ਜੇ ਤੂੰ ਉਹਨਾਂ ਜਨਾਂ ਦੇ ਬਚਨਾਂ ਨੂੰ ਕਮਾ ਲਏਗਾ, ਮਨ ਵਿੱਚ ਵਸਾ ਲਏਗਾ, ਉਹਨਾਂ ਬਚਨਾਂ ਨੂੰ ਪੂਜੇਗਾ, ਤੇਰਾ ਆਵਣ ਜਾਵਣ ਖਤਮ ਹੋ ਜਾਏਗਾ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ। 18ਵੇਂ ਸ਼ਲੋਕ ਦੇ ਵਿੱਚ ਸਤਿਗੁਰੂ ਸਮਝਾਉਂਦੇ ਨੇ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਸਤਿਪੁਰਖ ਪ੍ਰਭੂ ਪਰਮੇਸ਼ਰ, ਜਿਸ ਨੇ ਉਸ ਨੂੰ ਜਾਣ ਲਿਆ। ਜਿਵੇਂ ਪਹਿਲੇ ਉਹਦੇ 'ਚ ਵਿਚਾਰਿਆ ਹੈ, ਜਿਹਨੇ ਪਹਿਚਾਣ ਲਿਆ, ਜਾਣ ਲਿਆ, ਤੇ ਉਸ ਵੱਲੋਂ ਫਿਰ ਜਿਹੜਾ ਦਿੱਤਾ ਹੋਇਆ ਗਿਆਨ ਹੈ, ਗੁਰ ਹੈ, ਉਸ ਗੁਰ ਨੂੰ ਹੀ ਗੁਰਬਾਣੀ ਦੇ ਵਿੱਚ ਨਾਮ ਵੀ ਕਿਹਾ ਹੈ। ਜੋ ਦਿੱਤਾ, ਜਿਸ ਨੇ ਪ੍ਰਭੂ ਨੂੰ ਜਾਣ ਲਿਆ, ਦੇਖ ਲਿਆ, ਉਹ ਸਾਨੂੰ ਗੁਰ ਦਿੰਦਾ ਹੈ, ਗਿਆਨ ਦਿੰਦਾ ਹੈ। ਉਸ ਨੂੰ ਦੇਖਣ ਦਾ ਸੱਚਾ ਗੁਰ ਦਿੰਦਾ ਹੈ। ਉਹ ਦਿੱਤਾ ਗੁਰ ਹੀ ਸੱਚਾ, ਉਸ ਵੱਲੋਂ ਦਿੱਤਾ ਗੁਰ ਹੀ ਸੱਚਾ ਗੁਰ ਹੈ। ਉਸੇ ਨੂੰ ਸੱਚਾ ਨਾਮ ਵੀ ਕਹਿ ਦਿੰਦੇ। ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਜੀਵ ਫਿਰ ਹਰੀ ਦੇ ਗੁਣ ਗਾਉਂਦਾ ਹੈ। ਉਹਨਾਂ ਦਾ ਸੰਗ ਕਰਕੇ ਸਾਡਾ ਉਦਾਰ ਹੁੰਦਾ ਹੈ। ਜੇ ਉਹਨਾਂ ਦਾ ਸੰਗ ਕਰਾਂਗੇ, ਉਹਨਾਂ ਦੇ ਸੰਗ 'ਚ ਜਾ ਕੇ ਕਰਨਾ ਕੀ ਹੁੰਦਾ ਹੈ? ਸਿਰਫ ਨਾਮ ਨੂੰ ਭਜਣਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਕਿਉਂਕਿ ਜੇ ਸਤਿਗੁਰ ਕੋਈ ਸਰੀਰ ਹੈ ਤੇ ਸਰੀਰ ਦਾ ਸੰਗ ਕਰਨ ਦੇ ਨਾਲ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਸਰੀਰ ਜੋ ਹੈ ਇੱਕ ਕੱਪੜਾ ਹੈ ਜਿਸ ਦੁਆਰਾ ਸਾਨੂੰ ਮਨ ਉਸ ਮਾਲਕ ਸਮਾ ਕੇ ਗਿਆਨ ਦਿੰਦਾ ਹੈ। ਆਪ ਪ੍ਰਭੂ ਰਸਨਾ ਤੇ ਬੈਠ ਕੇ ਬੋਲਦਾ ਹੈ, ਪਰ ਕਿਹਨਾਂ ਦੇ ਬੋਲੇਗਾ? ਜਿਨ੍ਹਾਂ ਉਸ ਨੂੰ ਜਾਣ ਲਿਆ ਹੈ, ਜਿਨ੍ਹਾਂ ਉਸ ਨੂੰ ਆਪਾ ਮਿਟਾ ਕੇ ਸਮਾਇਆ ਹੈ। ਉਸ ਗਿਆਨ ਦੁਆਰਾ ਸਾਡਾ ਉਦਾਰ ਹੋਏਗਾ, ਨਾ ਕਿ ਸਿਰਫ ਸਰੀਰ ਕੋਲ ਜਾਣ ਨਾਲ, ਸਰੀਰ ਦੇ ਨਾਲ ਜੁੜਨ ਦੇ ਨਾਲ, ਸਰੀਰ ਦਾ ਸੰਗ ਕਰਨ ਦੇ ਨਾਲ ਸਾਡਾ ਉਦਾਰ ਹੋਏਗਾ। ਕਿਉਂਕਿ ਉਹ ਜਨ ਹਰੀ ਦੇ ਗੁਣ ਗਾਉਂਦੇ ਨੇ। ਜੇ ਅਸੀਂ ਉਹਨਾਂ ਗੁਣਾਂ ਨੂੰ ਲੈ ਕੇ ਕਮਾਵਾਂਗੇ, ਮਨ ਵਿੱਚ ਵਸਾਵਾਂਗੇ, ਫਿਰ ਸਾਡਾ ਉਦਾਰ ਹੋਏਗਾ। ਉਹਨਾਂ ਦਾ ਸੰਗ ਹੈ, ਉਹਨਾਂ ਤੋਂ ਗਿਆਨ ਲੈਣਾ ਕਿ ਨਾਮ ਨੂੰ ਕਿਵੇਂ ਧਿਆਉਣਾ ਹੈ, ਮਨ ਨੂੰ ਕਿਵੇਂ ਨਿਰਮਲ ਕਰਨਾ ਹੈ, ਮਨ ਇੱਕ ਦ੍ਰਿਸ਼ਟ ਕਿਵੇਂ ਕਰਨਾ ਹੈ, ਇਹ ਕਿਵੇਂ ਸਾਨੂੰ ਪਤਾ ਚੱਲੇ ਕਿ ਅਸੀਂ ਇੱਕ ਦ੍ਰਿਸ਼ਟ ਹਾਂ, ਉਹ ਸਾਰੀ ਪਹਿਚਾਨ ਕਰਵਾਉਂਦੇ ਨੇ। ਹੁਣ ਅਸ਼ਟਪਦੀ ਵਿੱਚ ਫਿਰ ਸਤਿਗੁਰ ਸਮਝਾਉਂਦੇ ਨੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਸਤਿਗੁਰ ਜਿਹੜਾ ਉਹਨਾਂ ਜੀਵਾਂ ਵੱਲੋਂ, ਉਹਦੇ ਜਨਾਂ ਵੱਲੋਂ ਦਿੱਤਾ ਹੋਇਆ ਸੱਚਾ ਗੁਰ ਹੈ, ਉਹ ਸਾਡੇ ਮਨ ਦੀ ਪ੍ਰਤਪਾਲ ਕਰਦਾ ਹੈ। ਇੱਕ ਤਨ ਦਾ ਪਾਲਣਹਾਰ ਹੈ ਤੇ ਇੱਕ ਮਨ ਨੂੰ, ਜੋ ਮਨ ਪਹਿਲਾਂ ਮਰਿਆ ਹੈ ਨਾਮ ਤੋਂ ਬਿਨਾਂ, ਪ੍ਰਭੂ ਦੇ ਗਿਆਨ ਤੋਂ ਬਿਨਾਂ, ਉਹ ਮਨ ਨੂੰ ਫਿਰ ਆਪ ਪਾਲਣਹਾਰ ਹੈ, ਉਹਨਾਂ ਦੀ ਆਪ ਰੱਖਦਾ ਹੈ। ਸੇਵਕ ਕੋ ਗੁਰ ਸਦਾ ਦਿਆਲ। ਜਿਹੜਾ ਉਸ ਗੁਰ ਦੀ ਸੇਵਾ ਕਰਦਾ ਹੈ, ਸੱਚੇ ਗੁਰ ਦੀ, ਉਸ ਨੂੰ ਗੁਰ ਸਦਾ ਹੀ ਦਇਆ ਕਰਦਾ ਉਸ ਦੇ ਉੱਤੇ, ਕਿਉਂਕਿ ਦਿਆਲੂ ਹੈ। ਪਰ ਉਹਨਾਂ ਤੇ ਜਿਹੜੇ ਸੇਵਾ ਕਰਦੇ ਨੇ, ਕਿਉਂਕਿ ਸੇਵਾ ਤੋਂ ਬਿਨਾਂ ਫਲ ਨਹੀਂ ਮਿਲਦਾ। ਮਹਾਰਾਜ ਸਮਝਾਉਂਦੇ ਨੇ ਕਿ ਜਿੰਨੇ ਵੀ ਆਪਾਂ ਜੀ ਹਾਂ, ਸਾਰੇ ਉਸੇ ਪ੍ਰਭੂ ਦੇ ਹਾਂ, ਪਰ ਸੇਵਾ ਤੋਂ ਬਿਨਾਂ ਸਾਨੂੰ ਫਲ ਨਹੀਂ ਮਿਲੇਗਾ। ਸਤਿਗੁਰ ਸਮਝਾਉਂਦੇ ਨੇ, ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀ। ਜਦੋਂ ਅਸੀਂ ਗੁਰ ਦੀ ਸੇਵਾ ਕਰਾਂਗੇ, ਫਿਰ ਗੁਰ ਸਾਡੇ ਤੇ ਦਿਆਲ ਹੁੰਦਾ ਹੈ। ਪਰ ਕਿਹਨਾਂ ਵੱਲੋਂ ਦਿੱਤਾ ਗੁਰ? ਜਿਨ੍ਹਾਂ ਨੇ ਸਤਿਪੁਰਖ ਨੂੰ ਜਾਣ ਲਿਆ ਹੈ, ਉਹਨਾਂ ਵੱਲੋਂ ਦਿੱਤਾ ਜਿਹੜਾ ਗੁਰ ਹੈ, ਉਹ ਸੱਚਾ ਗੁਰ ਹੈ, ਉਹ ਸੱਚਾ ਗਿਆਨ ਹੈ, ਉਹ ਸੱਚੀ ਸਿੱਖ ਹੈ, ਉਹ ਸੱਚਾ ਉਪਦੇਸ਼ ਹੈ, ਉਹ ਸੱਚੀ ਸਾਖੀ ਹੈ। ਇਸ ਕਰਕੇ ਫਿਰ ਉਸ ਦਿਆਲ ਹੈ ਗੁਰ, ਸੇਵਕ ਦੇ ਉੱਤੇ ਦਿਆਲ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਉਹ ਜਿਹੜਾ ਗੁਰ ਹੈ, ਜੇ ਅਸੀਂ ਗੁਰ ਨੂੰ ਸੇਵਾ ਕਰਦੇ ਹਾਂ ਤੇ ਗੁਰ ਸਿੱਖ ਦੀ ਜਿਹੜੀ ਦੁਰਮਤ ਹੈ ਉਸ ਨੂੰ ਹਿਰ ਲੈਂਦਾ ਹੈ, ਕਿਉਂਕਿ ਉਸ ਦੇ ਅੰਦਰ ਗੁਰਮਤ ਵਸਾ ਦਿੰਦਾ ਹੈ ਤੇ ਉਸ ਦੇ ਅੰਦਰ ਦੁਰਮਤ ਖਤਮ ਕਰ ਦਿੰਦਾ ਹੈ। ਪਰ ਜੇ ਅਸੀਂ ਉਸ ਦੀ ਸੇਵਾ ਕਰਾਂਗੇ, ਜੇ ਉਸ ਦੇ ਸੇਵਕ ਬਣਾਂਗੇ ਗੁਰ ਦੇ। ਗੁਰ ਬਚਨੀ ਹਰ ਨਾਮ ਉਚਰੈ। ਜਿਹੜਾ ਉਸ ਦਾ ਸਿੱਖ ਹੈ, ਜਿਸ ਨੇ ਪ੍ਰਭੂ ਨੂੰ ਜਾਣ ਲਿਆ ਹੈ, ਉਹ ਜਿਹੜਾ ਗੁਰ ਦਾ ਗਿਆਨ ਦਿੰਦਾ ਹੈ, ਉਸ ਗੁਰ ਬਚਨ ਨੂੰ ਵੀ ਨਾਮ ਕਿ ਆਪਾਂ ਬਹੁਤ ਵਾਰੀ ਵਿਚਾਰਿਆ ਹੈ ਕਿ ਉਹ ਦਿੱਤਾ ਹੋਇਆ ਗੁਰ, ਉਹ ਹਰੀ ਦਾ ਨਾਮ ਹੈ। ਉਹ ਮੁਖੋਂ ਸਾਨੂੰ ਸਮਝਾਉਂਦਾ ਹੈ, ਗੁਰ ਬਚਨੀ ਹਰ ਨਾਮ ਉਚਰੈ। ਪਰ ਕੌਣ? ਜਿਹੜਾ ਗੁਰ ਦੀ ਸੇਵਾ ਕਰਦਾ ਹੈ, ਜਿਹੜਾ ਸਤਿਗੁਰ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਘਟੈ। ਸਤਿਗੁਰ ਹੈ ਸੱਚਾ ਗੁਰ, ਸੱਚਾ ਗਿਆਨ, ਤੇ ਜੋ ਸਾਨੂੰ ਕਿਸ ਨੂੰ ਮਿਲਾ ਦਿੰਦਾ ਹੈ? ਸਤਿਪੁਰਖ ਨੂੰ। ਤੇ ਉਹ ਸਾਡੇ ਸਿੱਖ ਦੇ ਆਪਣੇ ਦੇ ਬੰਧਨ ਕੱਢਦਾ ਹੈ। ਗੁਰ ਕਾ ਸਿੱਖ ਬੇਕਾਰ ਤੇ ਹਟੈ।
ਜਿਹੜਾ ਗੁਰ ਦਾ ਸਿੱਖ ਹੈ ਉਹ ਵਿਕਾਰਾਂ ਤੋਂ ਹਟ ਜਾਂਦਾ ਹੈ, ਕਿਉਂਕਿ ਸੰਸਾਰ ਕਿੱਥੇ ਹੈ? ਸਾਰਾ ਵਿਕਾਰਾਂ ਦੇ ਵਿੱਚ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਸਾਰਾ ਸੰਸਾਰ ਹੀ ਵਿਕਾਰਾਂ ਦੇ ਵਿੱਚ, ਸੰਸਿਆਂ ਦੇ ਵਿੱਚ ਪਿਆ ਹੈ। ਪਰ ਜਿਹੜਾ ਗੁਰ ਦਾ ਸਿੱਖ ਹੈ, ਜੋ ਗੁਰ ਦੀ ਸੇਵਾ ਕਰਦਾ ਹੈ, ਉਹ ਸਾਰੇ ਵਿਕਾਰਾਂ ਨੂੰ ਛੱਡ ਦਿੰਦਾ ਹੈ। ਮਨ ਦੇ ਵਿਕਾਰ ਨੇ ਜਿਹੜੇ ਤ੍ਰੈਗੁਣੀ ਮਾਇਆ, ਤ੍ਰੈਗੁਣੀ ਵਿਚਾਰਾਂ, ਉਸ ਨੂੰ ਛੱਡ ਦਿੰਦਾ ਹੈ। ਸਤਿਗੁਰ ਸਿੱਖ ਕੋ ਨਾਮ ਤਨ ਦੇ। ਜੇ ਅਸੀਂ ਸਤਿਗੁਰ ਦੇ ਚਰਨਾਂ ਨਾਲ ਜੁੜਦੇ ਹਾਂ, ਸੱਚੇ ਗੁਰ ਦੇ ਚਰਨਾਂ ਨਾਲ ਜੁੜਦੇ ਹਾਂ, ਸਤਿਗੁਰ ਦੀ ਸੇਵਾ ਕਰਦੇ ਹਾਂ, ਤੇ ਉਹ ਸਾਨੂੰ ਨਾਮ ਤਨ ਦਿੰਦਾ ਹੈ। ਸਤਿਗੁਰ ਸਾਡੇ ਸਾਰਿਆਂ ਦੇ ਅੰਦਰ ਹੀ ਵਸਦਾ ਹੈ। ਇੱਕ ਨਾਂ ਦੇ ਪ੍ਰਗਟ ਹੈ, ਇੱਕ ਨਾਂ ਨੂੰ ਗੁਪਤ ਹੈ। ਤੇ ਜਿਹੜੇ ਪੂਰੇ ਗੁਰ ਦੀ ਕਮਾਈ ਕਰਦੇ ਨੇ, ਪੂਰੇ ਗੁਰ ਤੇ ਵਿਸ਼ਵਾਸ ਕਰਦੇ ਨੇ, ਗੁਰ ਦੇ ਸੇਵਕ ਬਣਦੇ ਨੇ, ਤੇ ਉਹਨਾਂ ਨੂੰ ਫਿਰ ਸਤਿਗੁਰ ਨਾਮ ਤਨ ਦਿੰਦਾ ਹੈ। ਗੁਰ ਕਾ ਸਿੱਖ ਬੜ ਭਾਗੀ ਹੈ। ਉਹ ਫਿਰ ਗੁਰ ਦਾ ਜਿਹੜਾ ਸਿੱਖ ਹੈ ਉਹ ਬੜ ਭਾਗੀ ਹੈ, ਜਿਸ ਨੂੰ ਫਿਰ ਸਤਿਗੁਰ ਨਾਮ ਤਨ ਦਿੰਦਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਫਿਰ ਸਤਿਗੁਰ ਆਪਣੇ ਸਿੱਖ ਦਾ ਹਲਤ ਤੇ ਪਲਤ, ਲੋਕ ਤੇ ਪਰਲੋਕ ਦੋਨੋਂ ਸਵਾਰਦਾ ਹੈ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਤੇ ਸਤਿਗੁਰ ਸਮਝਾਉਂਦੇ ਨੇ ਕਿ ਸਤਿਗੁਰ ਆਪਣੇ ਸਿੱਖ ਨੂੰ ਪੂਰਾ ਮਨ ਲਾ ਕੇ ਪਿਆਰ ਦੇ ਨਾਲ ਸਮਾਰਦਾ ਹੈ, ਜਿਵੇਂ ਮਾਤਾ ਬੱਚੇ ਨੂੰ ਸਮਾਰਦੀ ਹੈ। ਏਦਾਂ ਹੀ ਸਤਿਗੁਰ ਸਾਡੇ ਮਨ ਨੂੰ ਸੰਭਾਲਦਾ ਹੈ, ਸਵਾਰ ਦਿੰਦਾ, ਸਾਡੇ ਅੰਦਰੋਂ ਬੇਕਾਰ ਕੱਢ ਦਿੰਦਾ ਹੈ, ਸਾਡੇ ਅੰਦਰੋਂ ਔਗਣਾਂ ਨੂੰ ਖਤਮ ਕਰ ਦਿੰਦਾ ਹੈ, ਦੁਰਮਤ ਖਤਮ ਕਰ ਦਿੰਦਾ ਹੈ, ਆਪਣੇ ਲਾਇਕ ਬਣਾ ਲੈਂਦਾ ਹੈ। ਕਿਉਂਕਿ ਨਾਮ ਤਨ ਤਾਂ ਹੀ ਮਿਲਦਾ ਹੈ ਜੇ ਸਾਡਾ ਮਨ ਉਸ ਦੇ ਲਾਇਕ ਹੋਵੇਗਾ। ਤਖਤ ਬਹਿ ਤਖਤ ਹੈ ਕੀ ਲਾਇਕ। ਫਿਰ ਉਸ ਤਖਤ ਤੇ ਬਿਠਾ ਕੇ ਨਾਮ ਦਾ ਖਜ਼ਾਨਾ ਦਿੰਦਾ ਹੈ, ਪਰ ਉਹੀ ਬੈਠਦਾ ਹੈ ਜਿਹੜਾ ਉਹਦੇ ਲਾਇਕ ਹੈ। ਇਸ ਕਰਕੇ ਸਤਿਗੁਰ ਉਸ ਨੂੰ ਪਹਿਲਾਂ ਉਸ ਦੇ ਲਾਇਕ ਬਣਾਉਂਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਬਹੁਤ ਸਾਰੇ ਪਦ ਨੇ, ਅਹੁਦੇ ਨੇ, ਪਰ ਉਸ ਅਹੁਦੇ ਤੇ ਜਾਣ ਦੇ ਲਈ ਪਹਿਲਾਂ ਉਹ ਜੀਵ ਪੜ੍ਹਦਾ ਹੈ, ਸੰਗਤ ਕਰਦਾ ਹੈ, ਉਹਨਾਂ ਦੀ ਜਿਹੜੇ ਉਸ ਵਿਸ਼ੇ ਦੇ ਮਾਰ ਹੁੰਦੇ ਨੇ, ਉਸ ਨੂੰ ਪੂਰਾ ਗਿਆਨ ਦਿੱਤਾ ਜਾਂਦਾ, ਉਸ ਦੇ ਲਾਇਕ ਬਣਾਇਆ ਜਾਂਦਾ ਹੈ। ਜੋ ਡਾਕਟਰ ਹੈ, ਡਾਕਟਰ ਦੇ ਪਦ ਤੇ ਲੱਗਦਾ, ਪਹਿਲਾਂ ਉਸ ਨੂੰ ਉਸ ਦੇ ਲਾਇਕ ਬਣਾਇਆ ਜਾਂਦਾ ਹੈ, ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਜੱਜ ਹੈ, ਉਸ ਨੂੰ ਉਸ ਦੇ ਲਾਇਕ ਬਣਾਇਆ ਜਾਂਦਾ ਹੈ। ਇੰਜੀਨੀਅਰ ਹੈ, ਉਸ ਨੂੰ ਇੰਜੀਨੀਅਰ ਦੇ ਪੜ੍ਹਾਈ ਕਰਾ ਕੇ। ਇੱਦਾਂ ਹੀ ਪ੍ਰਭੂ ਆਪਣੇ ਜਨ ਨੂੰ ਪਹਿਲਾਂ ਉਸ ਦੇ ਲਾਇਕ ਬਣਾਉਂਦਾ ਹੈ, ਇੱਦਾਂ ਸੰਵਾਰਦਾ ਹੈ ਜਿਵੇਂ ਮਾਤਾ ਆਪਣੇ ਬੱਚੇ ਨੂੰ ਸੰਵਾਰਦੀ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਜਿਹੜਾ ਗੁਰ ਦੇ ਗ੍ਰਹਿ, ਗੁਰ ਦਾ ਘਰ ਕਿੱਥੋਂ ਸ਼ੁਰੂ ਹੁੰਦਾ ਹੈ? ਸੁਣ। ਜਦੋਂ ਗੁਰ ਦਾ ਗਿਆਨ ਲੈ ਕੇ ਆਪਾਂ ਚੱਲਦੇ ਹਾਂ, ਜਿਹੜਾ ਸਾਡਾ ਸੱਚਾ ਘਰ ਹੈ ਸੁਣ, ਉਸ ਘਰ ਦੇ ਵਿੱਚ ਜਦੋਂ ਅਸੀਂ ਰਹਿਣਾ ਸ਼ੁਰੂ ਕਰਦੇ ਹਾਂ, ਗੁਰ ਕੀ ਆਗਿਆ ਮਨ ਮੈਂ ਸਹੈ। ਤੇ ਉਹ ਜਿਹੜਾ ਗਿਆਨ ਹੈ, ਗੁਰ ਹੈ, ਉਸ ਦੀ ਆਗਿਆ ਨੂੰ ਮਨ ਦੇ ਵਿੱਚ ਵਸਾਉਂਦਾ ਹੈ ਤੇ ਮੰਨਦਾ ਹੈ। ਆਪਸ ਕੋ ਕਰ ਕਛ ਨਾ ਜਨਾਵੈ। ਪਰ ਆਪਣੇ ਆਪ ਨੂੰ ਕੁਛ ਵੀ ਨਹੀਂ ਜਨਾਉਂਦਾ, ਕਿਉਂਕਿ ਆਪ ਅਸੀਂ ਕੁਛ ਨਹੀਂ ਹਾਂ, ਜੋ ਹੈ ਉਹੀ ਹੈ। ਜਿਹੜਾ ਆਪਣੇ ਆਪ ਨੂੰ ਨਹੀਂ ਕੁਛ ਜਨਾਉਂਦਾ, ਹਰ ਹਰ ਨਾਮ ਹਿਰਦੈ ਸਤਿ ਆਵੈ। ਤੇ ਗੁਰ ਦਾ ਗਿਆਨ ਲੈ ਕੇ ਸਤਿਗੁਰ ਨਾਮ ਤਨ ਦਿੰਦਾ ਹੈ। ਫਿਰ ਉਸ ਨੂੰ
ਹਿਰਦੇ ਦੇ ਵਿੱਚ ਧਿਆਉਂਦਾ ਰਹਿੰਦਾ ਹੈ, ਕਿਉਂਕਿ ਨਾਮ ਧਿਆਇਆ ਜਾਂਦਾ ਹੈ, ਧਿਆਉਣ ਦੇ ਵਿੱਚ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਆਪਣੇ ਮਨ ਨੂੰ ਸਤਿਗੁਰ ਦੇ ਪਾਸ ਵੇਚ ਦਿੱਤਾ ਹੈ। ਸਤਿਗੁਰ ਦੇ ਜੋ ਬਚਨ ਨੇ ਗੁਰ ਨੂੰ, ਸਤਿਗੁਰ ਨੂੰ ਸੌਂਪ ਦਿੱਤਾ ਹੈ ਆਪਣਾ ਤਨ ਮਨ। ਤਿਸ ਸੇਵਕ ਕੇ ਕਾਰਜ ਰਾਸ, ਉਸਦੇ ਫਿਰ ਜਿਹੜੇ ਕਾਰਜ ਨੇ, ਕਿਹੜੇ ਕੋਈ ਸੰਸਾਰੀ ਕਾਰਜ ਨਹੀਂ ਇੱਥੇ, ਜਿਹੜੇ ਸਾਡਾ ਮਨ ਦਾ ਕਾਰਜ ਹੈ, ਜਿਸ ਕਾਰਜ ਵਾਸਤੇ ਅਸੀਂ ਆਏ ਹਾਂ, ਨਾਮ ਨੂੰ ਧਿਆਉਣ ਦੇ ਵਾਸਤੇ। ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਫਿਰ ਉਸ ਦਾ ਸੇਵਕ ਦਾ ਉਹ ਕਾਰਜ ਰਾਸ ਆਉਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਮਾਲਕ ਆਪਣੀ ਸੇਵਾ ਚਲਾ ਲੈਂਦਾ ਹੈ, ਪਰ ਨਿਹਕਾਮ ਨਿਸ਼ਕਾਮ, ਮਨ ਦੇ ਵਿੱਚ ਆਸ਼ਾ ਨਾ ਰੱਖੇ ਕੋਈ ਵੀ। ਕਿਉਂਕਿ ਆਪਾਂ ਦੇਖਦੇ ਹਾਂ ਕੁਛ ਵੀ ਆਪਾਂ ਕਰਦੇ ਸੰਸਾਰ ਦੇ ਵਿੱਚ ਇੱਕ ਆਸ਼ਾ ਰੱਖ ਕੇ ਕਰਦੇ ਹਾਂ। ਇੱਦਾਂ ਕੋਈ ਜੀਵ ਪਾਠ ਪੂਜਾ ਵੀ ਕਰਦਾ ਹੈ, ਆਸ਼ਾ ਰੱਖਦਾ ਮਨ ਦੇ ਵਿੱਚ, ਪਰ ਅਸੀਂ ਸੇਵਾ ਕਰਨੀ ਹੈ ਨਿਸ਼ਕਾਮ, ਬਿਨਾਂ ਆਸ਼ਾ ਤੋਂ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਕਿਉਂਕਿ ਆਸ਼ਾ ਰੱਖਾਂਗੇ ਸਾਨੂੰ ਉਨਾ ਕੁ ਮਿਲੇਗਾ। ਜੇ ਅਸੀਂ ਨਿਸ਼ਕਾਮ ਰਵਾਂਗੇ ਤੇ ਸਾਨੂੰ ਆਪ ਪ੍ਰਭੂ ਮਿਲ ਜਾਂਦਾ ਹੈ, ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਇਸ ਕਰਕੇ ਅਸੀਂ ਮਨ ਦੇ ਵਿੱਚ ਕੋਈ ਕਾਮਨਾ ਨਹੀਂ ਰੱਖਣੀ, ਸੇਵਾ ਕਰਨੀ ਹੈ ਸਿਰਫ। ਪ੍ਰਭੂ ਕਿਸੇ ਦਾ ਘਾਲਣ ਨੂੰ ਨਹੀਂ ਪੰਦਾ, ਉਹ ਹਰ ਸਾਡਾ ਪਲ ਲੇਖੇ ਚਲਾਉਂਦਾ ਹੈ। ਇਸ ਕਰਕੇ ਉੱਥੇ ਸਾਨੂੰ ਆਸ ਰੱਖਣ ਦੀ ਲੋੜ ਨਹੀਂ, ਕਿਉਂਕਿ ਸਾਡੀ ਆਸ ਤੋਂ ਜ਼ਿਆਦਾ ਸਾਨੂੰ ਦਿੰਦਾ ਹੈ। ਇਸ ਕਰਕੇ ਨਿਸ਼ਕਾਮ ਆਪਾਂ ਸੇਵਾ ਕਰਨੀ, ਕੋਈ ਆਸ਼ਾ ਰੱਖ ਕੇ ਨਹੀਂ ਕਰਨੀ ਹੁੰਦੀ। ਆਪਣੀ ਕਿਰਪਾ ਜਿਸ ਆਪ ਕਰੇ, ਫਿਰ ਆਪ ਆਪਣੀ ਕਿਰਪਾ ਕਰता है। ਨਾਨਕ ਸੋ ਸੇਵਕ ਗੁਰ ਕੀ ਮੱਤ ਲੈ, ਫਿਰ ਉਸ ਸੇਵਕ ਨੂੰ ਗੁਰ ਦੀ ਮੱਤ ਪ੍ਰਾਪਤ ਹੁੰਦੀ ਜਿਸ ਨੂੰ ਆਪ ਕਰਦਾ ਹੈ। ਫਿਰ ਇੱਕ ਖਜ਼ਾਨਾ ਮਿਲਦਾ ਹੈ ਗੁਰ ਦਾ, ਵੀ ਅੱਗੇ ਤੁਸੀਂ ਵਰਤਾਓ। ਪਰ ਜਿਹੜੇ ਨਿਸ਼ਕਾਮ, ਜਦ ਤੱਕ ਅਸੀਂ ਕੋਈ ਆਸ਼ਾ ਰੱਖ ਕੇ ਕਰਦੇ ਤੇ ਪ੍ਰਭੂ ਦਾ ਮਿਲਾਪ ਨਹੀਂ ਹੋਣਾ, ਤੇ ਅੱਗੇ ਵੀ ਅਸੀਂ ਨਹੀਂ ਦੱਸ ਸਕਦੇ। ਪਹਿਲਾਂ ਹੀ ਆਪਾਂ ਵਿਚਾਰ ਕੇ ਆਏ ਹਾਂ ਕਿ ਉਹ ਹੀ ਦੱਸਦਾ ਹੈ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਹੈ। ਸਤਿਪੁਰਖ ਤਾਂ ਹੀ ਜਾਣਾਂਗੇ ਜੇ ਉਹ ਮਿਲੇਗਾ ਸਾਨੂੰ, ਪ੍ਰਗਟ ਹੋਏਗਾ। ਪ੍ਰਗਟ ਤਾਂ ਹੁੰਦਾ ਹੈ ਜੇ ਅਸੀਂ ਨਿਸ਼ਕਾਮ ਸੇਵਾ ਕਰਦੇ, ਗੁਰ ਦੇ ਗ੍ਰਹਿ 'ਚ ਰਹਿੰਦੇ ਹਾਂ, ਆਪਣੇ ਆਪ ਨੂੰ ਕੁਛ ਵੀ ਨਹੀਂ ਜਣਾਉਂਦੇ। ਸੋ ਇਸ ਤਰੀਕੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਫਿਰ ਉਹ ਜੀਵ ਗੁਰ ਦੀ ਮੱਤ ਲੈਂਦਾ ਹੈ, ਉਸ ਨੂੰ ਮਾਲਕ ਖਜ਼ਾਨਾ ਦਿੰਦਾ ਹੈ ਵੀ ਹੁਣ ਤੁਸੀਂ ਅੱਗੇ ਗੁਰ ਦੇਣਾ ਹੈ। 20 ਵਿਸਵੇ ਗੁਰ ਕਾ ਮਨ ਮਾਨੈ, ਅਸੀਂ ਗੁਰ ਤੇ ਭਰੋਸਾ ਰੱਖਦੇ ਹਾਂ ਜਦੋਂ ਗੁਰ ਤੂੰ, ਕਿਉਂਕਿ ਗੁਰ ਪਰਮੇਸ਼ਰ ਇੱਕੋ ਹੀ ਹੈ, ਉਹ ਅੰਤਰਜਾਮੀ ਹੈ, ਉਹ ਘਟ ਘਟ ਕੇ ਅੰਤਰ ਕੀ ਜਾਣਦਾ ਹੈ। ਜਦੋਂ ਉਸ ਨੂੰ ਪੂਰਨ ਵਿਸ਼ਵਾਸ ਆ ਜਾਂਦਾ ਹੈ, ਪੂਰਾ ਵਿਸ਼ਵਾਸ, 20 ਵਿਸਵੇ, ਜਿਵੇਂ 1 ਬਿੱਗਾ ਜ਼ਮੀਨ ਦੇ ਵਿੱਚ 20 ਵਿਸਵੇ ਹੋਣ ਤਾਂ ਪੂਰਾ ਬਿੱਗਾ ਹੈ, ਜਿਸ ਨੂੰ ਆਪਾਂ 100% ਕਹਿ ਦਈਏ। ਜਿਸ ਦੇ ਮਨ ਦੇ ਵਿੱਚ ਇੱਕ ਨਾ ਕਿਣਕਾ ਮਾਤਰ ਵੀ ਸ਼ੰਕਾ ਨਾ ਹੋਵੇ। 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਫਿਰ ਉਹ ਸੇਵਕ ਪਰਮੇਸ਼ਰ ਨੂੰ ਜਾਣਦਾ ਹੈ, ਸ਼ੰਕਾ ਨਾ ਹੋਵੇ, ਭਰਮ ਨਾ ਹੋਵੇ, ਪੂਰਨ ਵਿਸ਼ਵਾਸ ਹੋਵੇ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਫਿਰ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਉਹ ਫਿਰ ਸਾਨੂੰ ਇਹ ਗਿਆਨ ਦਿੰਦਾ ਹੈ, ਸੱਚਾ ਗੁਰ ਦਿੰਦਾ ਹੈ। ਕੌਣ ਦਿੰਦਾ? ਉਸ ਦੀ ਰਸਨਾ ਤੋਂ ਆਪ ਪ੍ਰਭੂ। ਅਨੇਕ ਬਾਰ ਗੁਰ ਕੋ ਬਲ ਜਾਓ, ਉਹ ਇੱਕ ਵਾਰ ਨਹੀਂ, ਬਾਰ ਬਾਰ ਸਾਨੂੰ
ਗੁਰ ਦਾ ਗਿਆਨ ਦਿੰਦਾ ਹੈ। ਗੁਰ ਤੋਂ ਬਲ ਬਲ ਜਾਣ ਨੂੰ ਕਹਿੰਦਾ ਹੈ। ਗੁਰ ਤੋਂ ਬਲ ਬਲ ਜਾਣਾ ਕੀ ਹੈ ਕਿ ਬਾਰ-ਬਾਰ ਗੁਰ ਨੂੰ ਕਮਾਉਣਾ, ਬਾਰ-ਬਾਰ ਗੁਰ ਦੀ ਸੇਵਾ ਕਰਨੀ। ਸਰਬ ਨਿਧਾਨ ਜੀ ਕਾ ਦਾਤਾ, ਉਹ ਦਾਤਾ ਦਿੰਦਾ ਹੈ। ਦਾਤਾ ਦੇਣ ਵਾਲਾ ਤਾਂ ਪ੍ਰਭੂ ਹੈ, ਲੇਕਿਨ ਉਹ ਆਪਣੇ ਜਨਾਂ ਦੁਆਰਾ ਦਿੰਦਾ ਹੈ। ਕੱਲ ਵੀ ਆਪਾਂ ਵਿਚਾਰਿਆ ਹੈ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ। ਦਾਤਾ ਪਰਮੇਸ਼ਰ ਹੈ, ਉਸ ਦੇ ਨੌਕਰ ਚਾਕਰ ਹੁੰਦੇ ਨੇ। ਚਾਕਰ ਕਹਿ ਲਈਏ, ਸੇਵਕ ਕਹਿ ਲਈਏ, ਗੋਲਾ ਕਹਿ ਲਈਏ, ਦਾਸ ਕਹਿ ਲਈਏ, ਜਿਨ੍ਹਾਂ ਦੁਆਰਾ ਪ੍ਰਭੂ ਇੱਕ ਖਜ਼ਾਨਾ ਦਿੰਦਾ ਹੈ, ਪਰ ਉਹ ਖਜ਼ਾਨਾ ਮਾਲਕ ਦਾ ਹੈ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਅੱਠੇ ਪਹਿਰ ਪਾਰ ਬ੍ਰਹਮ ਦੇ ਰੰਗ ਦੇ ਵਿੱਚ ਰਤਿਆ ਰਹਿੰਦਾ ਹੈ ਮਨ। ਫਿਰ ਪ੍ਰਭੂ ਉਸ ਨੂੰ ਇਹ ਖਜ਼ਾਨਾ ਦਿੰਦਾ ਹੈ ਕਿ ਹੁਣ ਤੁਸੀਂ ਇਹ ਖਜ਼ਾਨਾ ਜੀਵਾਂ ਨੂੰ ਦੇ ਸਕਦੇ, ਜਿਹੜਾ ਮਨ ਵਾਸਤੇ ਹੈ, ਤਨ ਵਾਸਤੇ ਨਹੀਂ, ਸਾਡੇ ਮਨ ਵਾਸਤੇ ਹੈ। ਬ੍ਰਹਮ ਹੈ ਜਨ, ਜਨਮ ਹੈ ਪਾਰ ਬ੍ਰਹਮ। ਉੱਥੇ ਅਵਸਥਾ ਕੀ ਹੋ ਜਾਂਦੀ ਹੈ ਕਿ ਸਾਡਾ ਮਨ ਬ੍ਰਹਮ 'ਚ ਸਮਾ ਜਾਂਦਾ ਹੈ ਤੇ ਬ੍ਰਹਮ ਸਾਡੇ ਮਨ ਦੇ ਵਿੱਚ ਸਮਾ ਜਾਂਦਾ ਹੈ। ਉੱਥੇ ਇੱਕ ਰੂਪ ਹੋ ਜਾਂਦੇ ਹਾਂ। ਬ੍ਰਹਮ ਹੈ ਜਨ, ਜਨਮ ਹੈ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਿਛ ਪਰਮ। ਉੱਥੇ ਇੱਕ ਰੂਪ ਹੋ ਜਾਂਦਾ ਸਾਡਾ ਮਨ ਉਸ ਪ੍ਰਭੂ ਦੇ ਨਾਲ। ਮਨ ਵੀ ਪ੍ਰਕਾਸ਼ ਰੂਪ ਤੇ ਪਰਮੇਸ਼ਰ ਵੀ ਪ੍ਰਕਾਸ਼ ਰੂਪ। ਉੱਥੇ ਫਿਰ ਭਰਮ ਨਹੀਂ ਹੈ, ਇੱਕ ਰੂਪ ਹੋ ਜਾਂਦੇ ਹਾਂ। ਸਹਿ ਸਿਆਣਪ ਲਿਆ ਨਾ ਜਾਈਏ, ਪਰ ਇਹ ਆਪਣੀਆਂ ਸਿਆਣਪਾਂ ਦੇ ਨਾਲ ਨਹੀਂ ਲਿਆ ਜਾਂਦਾ। ਜੇ ਕੋਈ ਜੀਵ ਕਹੇ ਵੀ ਮੈਂ ਇਸ ਅਵਸਥਾ 'ਤੇ ਚਲੇ ਜਾਊਂਗਾ, ਆਪ ਨਹੀਂ। ਇੱਥੇ ਜਾਣ ਦਾ ਤਰੀਕਾ ਹੀ ਹੈ, ਵਿਧੀ ਹੈ ਕਿ ਆਪਾਂ ਗੁਰ ਦੇ ਗ੍ਰਹਿ ਰਹਿ ਕੇ ਆਗਿਆ ਨੂੰ ਸਮਝ ਮੰਨਣਾ ਹੈ, ਆਪਣੇ ਆਪ ਨੂੰ ਕੁਝ ਜਣਾਉਣਾ ਨਹੀਂ ਹੈ, ਸੇਵਾ ਕਰਨੀ ਹੈ ਬਿਨਾਂ ਕਿਸੇ ਕਾਮਨਾ ਤੋਂ, ਬਿਨਾਂ ਇੱਛਾ ਤੋਂ। ਫਿਰ ਜਾ ਕੇ ਉਹ ਪ੍ਰਭੂ ਪ੍ਰਗਟ ਹੁੰਦਾ ਹੈ, ਫਿਰ ਸਾਡਾ ਮਿਲਾਪ ਹੁੰਦਾ ਹੈ। ਨਾਨਕ ਐਸਾ ਗੁਰ ਬੜ ਭਾਗੀ ਪਾਈਐ, ਐਸਾ ਜਿਹੜਾ ਗੁਰ ਹੈ ਬੜ ਭਾਗੀਆਂ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਆਪਣੀ ਸਿਆਣਪ ਨਾਲ ਨਹੀਂ। ਜਿੰਨੀ ਦੇਰ ਜੀਵ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਜਾਂ ਆਪਣੇ ਆਪ ਨੂੰ ਲਾਇਕ ਸਮਝਦਾ ਹੈ, ਪ੍ਰਭੂ ਨੂੰ ਨਹੀਂ ਪਾਉਂਦਾ। ਜਦੋਂ ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦਾ, ਕਿਉਂਕਿ ਤਾਂ ਹੀ ਪ੍ਰਭੂ ਸਾਡੀ ਰਸਨਾ ਤੇ ਬੋਲੇਗਾ ਜੇ ਅਸੀਂ ਆਪਣੀ ਮੱਤ ਨੂੰ ਛੱਡ ਦਿਆਂਗੇ। ਜੇ ਸਾਡੀ ਆਪਣੀ ਮੱਤ ਚੱਲਦੀ ਹੈ ਤੇ ਪ੍ਰਭੂ ਨੂੰ ਨਹੀਂ ਪਾਉਂਦਾ। ਜਿਵੇਂ ਆਪਾਂ ਸੁਣਦੇ ਹਾਂ ਕਿ 8ਵੇਂ ਪਾਤਸ਼ਾਹ ਨੇ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇੱਕ ਗੂੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਵਾਏ ਸੀ। ਉੱਥੇ ਹੋਰ ਬੋਲਣ ਵਾਲੇ ਵੀ ਹੋਣਗੇ, ਸਾਰੇ ਹੋਣਗੇ, ਲੇਕਿਨ ਉਹਨਾਂ ਦੇ ਕੋਲ ਆਪਣੀ ਮਤ ਹੋਏਗੀ, ਲੇਕਿਨ ਉਸਦੇ ਕੋਲ ਆਪਣੀ ਮਤ ਨਹੀਂ ਸੀ। ਇਸ ਕਰਕੇ ਉਸ ਤੋਂ ਅਰਥ ਕਰਵਾ ਦਿੱਤੇ। ਇਸ ਕਰਕੇ ਪ੍ਰਭੂ ਜੋ ਭੋਲੇ ਭਾਲੇ ਲੋਕ ਨੇ, ਜੋ ਆਪਣੇ ਆਪ ਨੂੰ ਮੂਰਖ ਸਮਝਦੇ ਨੇ, ਆਪਣੇ ਆਪ ਨੂੰ ਸਮਝਦੇ ਨੇ ਕਿ ਸਾਨੂੰ ਕੁਛ ਗਿਆਨ ਨਹੀਂ ਹੈ, ਅਸੀਂ ਕੁਛ ਵੀ ਨਹੀਂ ਹਾਂ, ਜੋ ਕੁਛ ਹੈ ਤੂੰ ਹੀ ਹੈ, ਫਿਰ ਜਾ ਕੇ ਪ੍ਰਭੂ ਦਇਆ ਕਰਤਾ ਹੈ। ਸਫਲ ਦਰਸ਼ਨ ਪੇਖਤ ਪੁਨੀਤ। ਫਿਰ ਐਸੇ ਜਨਾਂ ਦਾ ਸੰਗ ਜਾਂਦੇ ਹਾਂ, ਸੰਗਤ ਵਿੱਚ ਜਾਂਦੇ ਹਾਂ, ਫਿਰ ਉੱਥੇ ਜਾ ਕੇ ਦਰਸ਼ਨ ਕਿਸ ਦੇ? ਗੁਰ ਦੇ। ਉਹ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਜਿਸ ਗੁਰ ਦੇ ਦਰਸ਼ਨ ਕਰਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ, ਪੁਨੀਤ ਹੋ ਜਾਂਦਾ ਹੈ। ਗੁਰ ਦੇਖਣਾ ਹੁੰਦਾ ਹੈ, ਗੁਰ ਦਾ ਗਿਆਨ ਨੇਤਰਾਂ 'ਚ ਪਾਇਆ ਜਾਂਦਾ ਹੈ। ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਅਸੀਂ ਉਸ ਦੇ ਚਰਨਾਂ ਨੂੰ ਪਰਸਦੇ ਹਾਂ, ਗੁਰ ਦੇ ਚਰਨ, ਗੁਰ ਨੂੰ ਪਰਸਦਾ ਹੈ ਮਨ, ਗਿਆਨ ਲੈ ਕੇ ਆਪਣੇ ਜੋਤ ਨੂੰ ਸਪਰਸ਼ ਕਰਦਾ ਹੈ ਪਰਮੇਸ਼ਰ ਦੇ ਨਾਲ, ਤੇ ਸਾਡੀ ਗਤ ਹੋ ਜਾਂਦੀ ਹੈ, ਸਾਡੀ ਮਨ ਨਿਰਮਲ ਹੋ ਜਾਂਦਾ ਹੈ, ਸਾਡੀ ਰੀਤ ਵੀ ਨਿਰਮਲ ਹੋ ਜਾਂਦੀ ਹੈ।
ਭੇਟਤ ਸੰਗ ਰਾਮ ਗੁਣ ਰਵੈ। ਫਿਰ ਉਸ ਐਸੇ ਜਨਾਂ ਦਾ ਸੰਗ ਕਰਦੇ ਹਾਂ, ਫਿਰ ਰਾਮ ਦੇ ਗੁਣਾਂ ਨੂੰ ਰਵਦੇ ਹਾਂ, ਕਿਉਂਕਿ ਉਹ ਸਾਨੂੰ ਉਸ ਪ੍ਰਭੂ ਦੇ ਗੁਣ ਦੱਸਦੇ ਨੇ, ਉਸ ਰਾਮ ਦੇ ਗੁਣ ਦੱਸਦੇ ਨੇ। ਪਾਰ ਬ੍ਰਹਮ ਕੀ ਦਰਗਹਿ ਗਵੇ, ਉਸ ਗੁਰ ਨੂੰ ਲੈ ਕੇ ਜੋ ਨਿਰਮਲ ਰੀਤ ਹੈ, ਫਿਰ ਸਾਡਾ ਦਰਗਾਹ ਦੇ ਵਿੱਚ ਵਾਸਾ ਹੋ ਜਾਂਦਾ ਹੈ। ਦਰਗਾਹ ਦੇ ਵਿੱਚ ਅਸੀਂ ਪਹੁੰਚ ਜਾਂਦੇ ਹਾਂ, ਸਾਨੂੰ ਦਰਗਾਹ ਪ੍ਰਾਪਤ ਹੋ ਜਾਂਦੀ ਹੈ। ਸੁਣ ਕਰ ਬਚਨ ਕਰਨ ਆਗਾਨੇ, ਉਹ ਬਚਨ ਸੁਣ ਕੇ ਕੰਨ ਵੀ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਮਨ ਸੰਤੋਖ ਆਤਮ ਪਤੀਆਂ ਨੇ, ਤੇ ਮਨ ਸੰਤੋਖ ਵਿੱਚ ਆ ਜਾਂਦਾ ਹੈ, ਤੇ ਮਨ ਆਪਾ ਖਤਮ ਕਰਕੇ ਤੇ ਆਤਮ ਰੂਪ ਹੋ ਜਾਂਦਾ ਹੈ। ਪੂਰਾ ਗੁਰ ਆਖੋ ਜਾ ਕਾ ਮੰਤਰ, ਫਿਰ ਉਹ ਜੋ ਮੰਤਰ ਪ੍ਰਭੂ ਦਾ ਹੈ, ਉਹ ਪੂਰਾ ਗੁਰ ਉਹ ਜੀਵ ਆਖਦੇ ਨੇ ਜਿਹੜੇ ਉਸ ਅਵਸਥਾ ਚਲੇ ਜਾਂਦੇ ਨੇ ਦਰਗਾਹ ਦੇ ਵਿੱਚ, ਜਿਨ੍ਹਾਂ ਦਾ ਮਨ ਸੰਤੋਖਿਆ ਜਾਂਦਾ ਹੈ, ਜਿਨ੍ਹਾਂ ਦਾ ਮਨ ਆਤਮ ਰੂਪ ਹੋ ਜਾਂਦਾ ਹੈ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਤੇ ਜਿਹੜਾ ਦ੍ਰਿਸ਼ਟੀ ਦੇ ਵਿੱਚ ਫਿਰ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਦ੍ਰਿਸ਼ਟੀ ਦਾ ਖੇਲ ਹੈ। ਜਿੱਥੇ ਇੱਕ ਦ੍ਰਿਸ਼ਟ ਹੋ ਕੇ ਜਦੋਂ ਅਸੀਂ ਪ੍ਰਕਾਸ਼ ਰੂਪ ਨੂੰ ਦੇਖਣਾ ਸ਼ੁਰੂ ਕਰਦੇ ਹਾਂ, ਉੱਥੇ ਜਿਹੜਾ ਸਾਡਾ ਮਨ ਹੈ ਸੰਤ ਪਦਵੀ ਤੇ ਚਲੇ ਜਾਂਦਾ ਹੈ, ਕਿਉਂਕਿ ਜਿਹੜਾ ਸੰਤ ਹੈ ਉਹ ਪ੍ਰਭੂ ਦਾ ਧਿਆਨ ਧਰਦਾ ਹੈ, ਧਿਆਉਂਦਾ ਹੈ, ਨਾਮ ਨੂੰ ਧਿਆਉਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ। ਸੰਤ ਪਦ ਤੇ ਜਾ ਕੇ ਸਾਡੀ ਮੁਕਤੀ ਹੈ, ਉਹ ਸਾਨੂੰ ਅੰਤ ਸਮੇਂ ਜਾ ਕੇ ਪ੍ਰਭੂ ਦਾ ਮਿਲਾਪ ਹੁੰਦਾ ਹੈ, ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਂਦਾ ਹੈ, ਆਤਮ ਤੱਕ ਚਲੇ ਜਾਂਦਾ ਹੈ ਜੀਵ, ਲੇਕਿਨ ਪਰਮਾਤਮ ਤੱਕ ਅੰਤ ਸਮੇਂ ਜਾਂਦਾ ਹੈ। ਤੇ ਜਿਹੜਾ ਸਾਧੂ ਹੈ ਉਹ ਜੀਵਤ ਹੀ ਉਸ ਵਿੱਚ ਸਮਾਇਆ ਰਹਿੰਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਜਿਹੜੇ ਸੰਤ ਜਨ ਨੇ, ਦਸਮ ਪਾਤਸ਼ਾਹ ਜੀ ਆਪਾਂ ਜੋ ਚੌਪਈ ਦੀ ਬਾਣੀ ਹੈ ਉਸ ਵਿੱਚ ਸਾਨੂੰ ਸਮਝਾਉਂਦੇ ਨੇ, ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਹਿਗੇ ਭਗਵੰਤ। ਵੀ ਪ੍ਰਭੂ ਨੂੰ ਪਾਉਣਗੇ ਅੰਤ ਸਮੇਂ, ਪਰਮੇਸ਼ਰ ਨੂੰ, ਨਿਰੰਕਾਰ ਨੂੰ, ਪਰ ਬ੍ਰਹਮ ਨੂੰ। ਤੇ ਜਿਹੜੇ ਸਾਧੂ ਨੇ ਉਹਨਾਂ ਦੀ ਅਵਸਥਾ ਹੁੰਦੀ ਕਿ ਬ੍ਰਹਮੇ ਜਨ ਜਨਮੈ ਪਰ ਬ੍ਰਹਮ, ਉਹ ਜੀਵਨ ਮੁਕਤ ਹੁੰਦੇ ਨੇ ਤੇ ਉਹਨਾਂ ਅੰਤ ਸਮੇਂ ਮੁਕਤੀ ਮਿਲਦੀ ਹੈ। ਫਰਕ ਹੈ ਥੋੜਾ ਪਦਵੀਆਂ ਦੇ ਵਿੱਚ। ਤੇ ਉੱਥੇ ਮਨ ਸਾਡਾ ਫਿਰ ਸੰਤ ਬਣ ਜਾਂਦਾ ਹੈ, ਜਦੋਂ ਅਸੀਂ ਉਹ ਦ੍ਰਿਸ਼ਟੀ ਗੁਰ ਦਾ ਗਿਆਨ ਲੈ ਕੇ ਜਿਹੜੀ ਦ੍ਰਿਸ਼ਟੀ ਨਾਲ ਚੱਲਦੇ ਹਾਂ, ਮਨ ਪ੍ਰਕਾਸ਼ ਹੋ ਜਾਂਦਾ ਹੈ, ਤੇ ਉੱਥੇ ਫਿਰ ਮਨ ਸਾਡਾ ਸੰਤ ਪਦਵੀ ਤੇ ਚਲੇ ਜਾਂਦਾ ਹੈ। ਗੁਣ ਬੇਅੰਤ ਕੀਮਤ ਨਹੀਂ ਪਾਏ, ਉਹਨਾਂ ਗੁਣਾਂ ਦੀ ਕੀਮਤ ਨਹੀਂ ਹੈ, ਕਿਉਂਕਿ ਉਹ ਪ੍ਰਭੂ ਦੇ ਗੁਣ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜੋ ਪ੍ਰਭੂ ਨੂੰ ਪਾ ਜਾਂਦਾ ਹੈ ਉਸ ਨੂੰ ਮਿਲਾ ਲੈਂਦਾ ਹੈ, ਪਰ ਇਹ ਕਿਸੇ ਕੀਮਤ ਤੇ ਨਹੀਂ ਪਾ ਜਾ ਸਕਦੇ। ਆਪਾਂ ਕਹੀਏ ਵੀ ਅਸੀਂ ਇੱਦਾਂ ਆਈ ਕੁਛ ਕਰਕੇ ਉਸ ਪ੍ਰਭੂ ਨੂੰ, ਉਸ ਦੇ ਗੁਣਾਂ ਨੂੰ ਪ੍ਰਾਪਤ ਕਰ ਲਵਾਂਗੇ, ਨਹੀਂ। ਹਾਂ, ਜੋ ਪ੍ਰਭੂ ਨੂੰ ਪਾਉਂਦਾ ਹੈ ਉਸ ਨੂੰ ਮਿਲਾ ਲੈਂਦਾ ਹੈ, ਉਸ ਨੂੰ ਉਸ ਅਵਸਥਾ 'ਚ ਲੈ ਜਾਂਦਾ ਜਿੱਥੇ ਜਾ ਕੇ ਫਿਰ ਆਪਣੇ ਗੁਣਾਂ ਦਾ ਖਜ਼ਾਨਾ ਦਿੰਦਾ ਹੈ। ਜਿਹਵਾ ਏਕ ਉਸਤਤ ਅਨੇਕ, ਫਿਰ ਉਸ ਜਨ ਨੂੰ ਜਿਸ ਨੂੰ ਆਪ ਜਨਾ ਦਿੰਦਾ ਹੈ, ਉਹ ਜੇਬਾ
ਇੱਕ ਜੇਬਾ ਦੁਆਰਾ ਫਿਰ ਉਸਤਤ ਕਰਦਾ ਹੈ, ਉਸ ਜੇਬਾ ਤੇ ਆਪ ਹੀ ਬੋਲਦਾ ਹੈ, ਤੇ ਉਸ ਨੂੰ ਸੁਣਨ ਵਾਲੇ ਅਨੇਕਾਂ ਹੁੰਦੇ ਨੇ। ਇੱਕ ਰਸਨਾ ਤੋਂ ਬੋਲਦਾ ਤੇ ਬਾਕੀ ਸੁਣਨ ਵਾਲੇ ਅਨੇਕਾਂ ਨੇ ਉਸ ਉਸਤਤ ਨੂੰ। ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, ਸਕੂਲ ਦੇ ਵਿੱਚ ਟੀਚਰ, ਕਾਲਜ ਦੇ ਵਿੱਚ ਪ੍ਰੋਫੈਸਰ, ਜੋ ਬੋਲਦਾ ਹੈ ਜਿੰਨੀ ਕਲਾਸ ਹੈ ਸਾਰੀ ਸੁਣਦੀ ਹੈ। ਇੱਦਾਂ ਹੀ ਇੱਥੇ ਹੈ ਜਿਹੜਾ ਇੱਕ ਜੇਬਾ ਦੁਆਰਾ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ ਤੇ ਉਸ ਨੂੰ ਅਨੇਕਾਂ ਜੀਵ ਸੁਣਦੇ ਨੇ। ਜਿਵੇਂ ਅੱਜ ਦਾ ਸਾਇੰਸ ਦਾ ਯੁੱਗ ਹੈ, ਅੱਜ ਕਿੰਨੇ ਜੀਵ ਸਾਰੇ ਸੰਸਾਰ 'ਚ ਬੈਠੇ ਵੀ ਸੁਣ ਸਕਦੇ ਨੇ। ਬੋਲਣਾ ਇੱਕ ਰਸਨਾ ਨਾਲ ਹੈ ਤੇ ਸੁਣਨ ਵਾਲੇ ਅਨੇਕਾਂ ਨੇ, ਕਿਉਂਕਿ ਜਿਹੜੀ ਇੱਕ ਰਸਨਾ ਤੋਂ ਪਰਮੇਸ਼ਰ ਆਪ ਬੋਲਦਾ ਹੈ, ਸਾਰੇ ਉਸ ਨੂੰ ਨਹੀਂ ਬੋਲ ਸਕਦੇ, ਕਿਉਂਕਿ ਪਰਮੇਸ਼ਰ ਹੀ ਵਿਵੇਕ ਹੈ, ਉਸ ਦੀ ਮੱਤ ਹੀ ਵਿਵੇਕ ਹੈ। ਸਤਿਪੁਰਖ ਪੂਰਨ ਵਿਵੇਕ, ਉਸੇ ਨੂੰ ਪੂਰਾ ਗਿਆਨ ਹੈ, ਉਸ ਤੋਂ ਬਿਨਾਂ ਸਾਰਿਆਂ ਨੂੰ ਅਧੂਰਾ ਹੈ। ਜੀਵ ਨੂੰ ਪੂਰਾ ਗਿਆਨ ਨਹੀਂ ਹੈ, ਇਸ ਕਰਕੇ ਪਰਮੇਸ਼ਰ ਦੀ ਉਸਤਤ ਮਨੁੱਖ ਨਹੀਂ ਕਰ ਸਕਦਾ, ਉਹ ਆਪਣੀ ਉਸਤਤ ਆਪ ਹੀ ਕਰਦਾ ਹੈ ਇੱਕ ਰਸਨਾ ਤੇ ਬੈਠ ਕੇ, ਜਿਹੜਾ ਉਸ ਨੂੰ ਪਾ ਜਾਂਦਾ ਹੈ, ਜਿਸ ਨੂੰ ਉਹ ਮਿਲਾ ਲੈਂਦਾ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਇੱਕ ਪ੍ਰਾਣੀ ਦੇ ਜੀਵ ਉੱਥੇ ਬਚਨ ਨਹੀਂ ਪਹੁੰਚ ਸਕਦੇ, ਕਿਉਂਕਿ ਉਹ ਤਾਂ ਪਰਮੇਸ਼ਰ ਦੇ ਆਪਣੇ ਬਚਨ ਨੇ। ਅਗਮ ਅਗੋਚਰ ਪ੍ਰਭ ਨਿਰਵਾਨੀ, ਕਿ ਪ੍ਰਭੂ ਅਗਮ ਹੈ, ਅਗੋਚਰ ਹੈ, ਨਿਰਵਾਨ ਹੈ, ਪ੍ਰਕਾਸ਼ ਰੂਪ ਹੈ। ਉੱਥੇ ਇੱਕ ਮਨੁੱਖ ਦੇ ਬਚਨ ਨਹੀਂ ਪਹੁੰਚ ਸਕਦੇ, ਪ੍ਰਾਣੀ ਦੇ ਬਚਨ ਨਹੀਂ। ਉੱਥੇ ਦਾ ਗਿਆਨ ਤਾਂ ਪ੍ਰਭੂ ਆਪ ਹੀ ਦਿੰਦਾ ਹੈ, ਇਸ ਕਰਕੇ ਇੱਕ ਰਸਨਾ ਤੇ ਬੈਠ ਕੇ ਬੋਲਦਾ ਹੈ। ਪਰ ਸੁਣ ਅਨੇਕਾਂ ਸਕਦੇ ਨੇ, ਉਸ ਉਸਤਤ ਨੂੰ ਸੁਣਨ ਵਾਲੇ ਅਨੇਕਾਂ ਸੁਣ ਸਕਦੇ ਨੇ, ਪਰ ਬੋਲਦਾ ਇੱਕ ਰਸਨਾ ਦੇ ਉੱਤੇ ਹੈ। ਨਿਰਾਹਾਰ ਨਿਰਵੈਰ ਸੁਖਦਾਈ, ਉਹ ਪ੍ਰਭੂ ਹੈ ਜਿਹੜਾ ਉਸ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ, ਉਹ ਨਿਰਾਹਾਰ ਹੈ, ਨਿਰਵੈਰ ਹੈ ਤੇ ਸੁਖ ਦੇਣ ਵਾਲਾ ਹੈ। ਉਸ ਨੂੰ ਕਦੇ ਦੁੱਖ ਨਹੀਂ ਹੈ, ਉਸ ਨੂੰ ਕਦੇ ਭੁੱਖ ਨਹੀਂ ਹੈ, ਉਸ ਦਾ ਕੋਈ ਦੁਸ਼ਮਣ ਨਹੀਂ ਹੈ। ਉਹ ਸੁਖ ਦੇਣ ਵਾਲਾ ਹੈ ਸਭ ਨੂੰ, ਪਰ ਕਿਹਨਾਂ ਨੂੰ? ਜਿਹੜੇ ਉਸ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਜਿਹੜੇ ਉਸ ਦੇ ਦਰ ਤੇ ਬੈਠ ਕੇ ਉਸ ਦੀ ਭਗਤੀ ਕਰਦੇ ਨੇ, ਉਸ ਦੇ ਦਰਸ਼ਨਾਂ ਨੂੰ ਲੋਚਦੇ ਨੇ, ਜਿਹੜੇ ਆਪਣੇ ਆਪ ਨੂੰ ਕੁਛ ਵੀ ਨਹੀਂ ਜਣਾਉਂਦੇ। ਤਾਂ ਕਿ ਕੀਮਤ ਕਿਨੇ ਨਾ ਪਾਈ, ਇਸ ਕਰਕੇ ਉਸ ਦੀ ਕੀਮਤ ਜਿਹੜੀ ਕਿਸੇ ਨੇ ਨਹੀਂ ਪਾਈ। ਜਦ ਤੱਕ ਆਪ ਆਪਣਾ ਗਿਆਨ ਨਹੀਂ ਕਰਵਾਉਂਦਾ, ਅਸੀਂ ਉਸ ਨੂੰ ਜਾਣ ਨਹੀਂ ਸਕਦੇ, ਉਸ ਦੀ ਸਾਨੂੰ ਸੋਝੀ ਨਹੀਂ ਹੋ ਸਕਦੀ। ਉਸ ਨੂੰ ਖੁਸ਼ ਕਰਨ ਦੇ ਵਾਸਤੇ ਗੁਰਬਾਣੀ ਸਾਨੂੰ ਫਿਰ ਸਮਝਾਉਂਦੇ ਨੇ ਵੀ ਜੇ ਤੁਸੀਂ ਉਸ ਨੂੰ ਮਿਲਣਾ ਚਾਹੁੰਦੇ ਹੋ, ਫਿਰ ਤੁਸੀਂ ਇਸ ਤਰ੍ਹਾਂ ਉਹਨਾਂ ਜੀਵਾਂ ਦਾ ਸੰਗ ਕਰੋ ਜਿਨ੍ਹਾਂ ਨੇ ਸਤਿਪੁਰਖ ਨੂੰ ਜਾਣਿਆ ਹੈ, ਉਹਨਾਂ ਦਾ ਗੁਰ ਲੈ ਕੇ ਗੁਰ ਦੇ ਗ੍ਰਹਿ ਤੁਸੀਂ ਰਹੋ, ਉੱਥੇ ਸੇਵਾ ਕਰੋ, ਉਸ ਦੀ ਆਗਿਆ ਨੂੰ ਮੰਨੋ, ਆਪਣੇ ਆਪ ਨੂੰ ਕੁਛ ਵੀ ਨਹੀਂ ਜਨਾਓ, ਕਿਸੇ ਵੀ ਮਨ ਦੇ ਵਿੱਚ ਆਸਾ ਰੱਖ ਕੇ ਉਹਦੀ ਸੇਵਾ ਨਾ ਕਰੋ, ਨਿਸ਼ਕਾਮ ਕਰੋ, ਫਿਰ ਜਾ ਕੇ ਉਹ ਪ੍ਰਭੂ ਦਾ ਮਿਲਾਪ ਹੁੰਦਾ ਹੈ। ਅਨੇਕ ਭਗਤ ਬੰਧਨ ਨਿਤ ਕਰ ਹੈ, ਇੱਕ ਨਹੀਂ ਅਨੇਕਾਂ ਭਗਤ ਨੇ ਜਿਹੜੇ ਉਸ ਪ੍ਰਭੂ ਨੂੰ ਬੰਦਨਾ ਕਰਦੇ ਨੇ। ਚਰਨ ਕਮਲ ਹਿਰਦੈ ਸਿਮਰੇ, ਕਿਵੇਂ ਬੰਧਨ ਕਰਦੇ ਨੇ, ਕਿਵੇਂ ਡੰਡੌਤ ਕਰਦੇ ਨੇ। ਪ੍ਰਭੂ ਦਾ ਜਿਹੜਾ ਗੁਰ ਦਾ ਗਿਆਨ ਹੈ ਉਸ ਨੂੰ ਹਿਰਦੇ ਦੇ ਵਿੱਚ ਸਿਮਰਦੇ ਨੇ, ਆਪਣੇ ਹਿਰਦੇ ਵਿੱਚ ਬੋਲ ਕੇ ਨਹੀਂ, ਗੁਰ ਦਾ ਗਿਆਨ ਲੈ ਲਿਆ, ਹਿਰਦੇ 'ਚ ਧਿਆਉਂਦੇ ਨੇ, ਹਿਰਦੇ ਸਿਮਰਦੇ ਨੇ। ਚਰਨ ਕਮਲ ਹਿਰਦੈ ਸਿਮਰੈ, ਸਦ ਬਲਿਹਾਰੀ ਸਤਿਗੁਰ ਆਪਣੇ,
ਤੇ ਨਾਲ ਬਲਿਹਾਰ ਕਿਸ ਤੋਂ ਜਾਂਦੇ ਨੇ? ਸਤਿਗੁਰ ਤੋਂ। ਕਿਸੇ ਜੀਵ ਤੋਂ ਨਹੀਂ, ਸਤਿਗੁਰ ਤੋਂ, ਸੱਚੇ ਗਿਆਨ ਤੋਂ, ਸੱਚੇ ਗੁਰ ਤੋਂ। ਕਿਉਂਕਿ ਕਿਸੇ ਮਨੁੱਖ ਤੋਂ ਨਹੀਂ। ਮਨੁੱਖ ਬਾਰੇ ਸਮਝਾਉਂਦੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ। ਅਵਿਨਾਸੀ ਪ੍ਰਭ ਮਨ ਮੈਂ ਰਾਖ ਮਾਨੇ ਕੀ ਤੂੰ ਪ੍ਰੀਤਿਆ। ਇਸ ਕਰਕੇ ਸਤਿਗੁਰ ਦੇ ਬਲਿਹਾਰੇ ਜਾਣਾ ਹੈ। ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ। ਜਿਸ ਦੀ ਕਿਰਪਾ ਸਦਕਾ ਅਸੀਂ ਐਸੇ ਪ੍ਰਭੂ ਨੂੰ ਜਪਦੇ ਹਾਂ। ਕਿਸ ਦੀ ਕਿਰਪਾ ਸਦਕਾ? ਸਤਿਗੁਰ ਦੀ। ਜੇ ਅਸੀਂ ਸੱਚਾ ਗੁਰ ਲੈ ਲਿਆ, ਸੱਚੇ ਗੁਰ ਨੂੰ ਕਮਾਇਆ ਤੇ ਸੱਚੇ ਗੁਰ ਤੋਂ ਬਲਿਹਾਰੇ ਜਾਈਏ ਗਏ, ਫਿਰ ਜਾ ਕੇ ਪ੍ਰਭੂ ਇਹ ਖਜ਼ਾਨਾ ਦਿੰਦਾ ਹੈ ਕਿ ਹੁਣ ਤੁਸੀਂ ਮੇਰੇ ਗੁਣ ਗਾਓ। ਇਸ ਕਰਕੇ ਅਸੀਂ ਸਤਿਗੁਰ ਤੋਂ ਬਲਿਹਾਰੇ ਜਾਣਾ ਹੈ। ਇਹ ਹਰ ਰਸ ਭਾਵੈ ਜਨ ਕੋਇ। ਇਹ ਹਰੀ ਦੇ ਰਸ ਨੂੰ ਜਿਹੜਾ ਜਨ ਪ੍ਰਾਪਤ ਕਰ ਲੈਂਦਾ ਹੈ, ਜਾਂ ਇਹ ਗਿਆਨ ਨੂੰ ਜਿਹੜੇ ਜੀਵ ਲੈਂਦੇ ਨੇ, ਕਿਉਂਕਿ ਗੁਰ ਸ਼ਬਦ ਨੂੰ ਵੀ ਅੰਮ੍ਰਿਤ ਸ਼ਬਦ ਕਿਹਾ ਹੈ। ਅੰਮ੍ਰਿਤ ਪੀਵੈ ਅੰਮ੍ਰਿਤ ਹੋਏ। ਉਹ ਅੰਮ੍ਰਿਤ ਪੀਂਦੇ ਨੇ ਤੇ ਉਹ ਅਮਰ ਹੋ ਜਾਂਦੇ ਨੇ। ਪਹਿਲਾਂ ਅਮਰ ਹੁੰਦੇ ਹਾਂ, ਫਿਰ ਮੁਕਤ ਹੁੰਦੇ ਹਾਂ। ਉਸ ਪੁਰਖ ਕਾ ਨਾਹੀ ਕਦੇ ਬੇਨਾਸ। ਹੁਣ ਉਹਨਾਂ ਜੀਵਾਂ ਦਾ ਉਹ ਮਨ ਅਵਿਨਾਸੀ ਬਣ ਜਾਂਦਾ ਹੈ, ਉਹਦਾ ਕਦੇ ਨਾਸ ਨਹੀਂ ਹੁੰਦਾ। ਜਿਵੇਂ ਪਰਮੇਸ਼ਰ ਅਵਿਨਾਸੀ ਹੈ, ਉਸ ਦੇ ਜਨ ਵੀ ਅਵਿਨਾਸੀ ਹੋ ਜਾਂਦੇ ਨੇ, ਨਾਸ ਤੋਂ ਰਹਿਤ ਹੋ ਜਾਂਦੇ ਨੇ। ਜਾ ਕੇ ਮਨ ਪ੍ਰਗਟੇ ਗੁਣਤਾਸ। ਜਿਹੜੇ ਮਨ ਦੇ ਵਿੱਚ ਉਸ ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ, ਉਹ ਜੀਵਨ ਮੁਕਤ ਹੋ ਜਾਂਦੇ ਨੇ। ਉਹ ਉਹਨਾਂ ਦਾ ਕਦੇ ਨਾਸ ਨਹੀਂ ਹੁੰਦਾ। ਉਹ ਵਿਨਾਸ਼ ਅਵਿਨਾਸੀ ਹੋ ਜਾਂਦੇ ਨੇ, ਵਿਨਾਸ਼ ਤੋਂ ਰਹਿਤ ਹੋ ਜਾਂਦੇ ਨੇ। ਆਠ ਪਹਿਰ ਹਰ ਕਾ ਨਾਮ ਲੈ। ਉਹ ਅੱਠੇ ਪਹਿਰ ਫਿਰ ਹਰੀ ਦਾ ਨਾਮ ਤੇ ਆਉਂਦੇ ਨੇ, ਹਰੀ ਦੇ ਨਾਮ ਦੀ ਗੱਲ ਕਰਦੇ ਨੇ। ਸੱਚ ਉਪਦੇਸ਼ ਸੇਵਕ ਕੋ ਦੇ। ਸੱਚਾ ਉਪਦੇਸ਼ ਜੇ ਕੋਈ ਆਉਂਦਾ ਹੈ, ਜੀਵ ਪ੍ਰਭੂ ਦੇ ਨਾਲ ਜੁੜਨਾ ਚਾਹੁੰਦਾ ਹੈ, ਉਸ ਨੂੰ ਸੱਚਾ ਉਪਦੇਸ਼ ਦਿੰਦੇ ਨੇ। ਅੱਠੇ ਪਹਿਰ। ਇਹ ਨਹੀਂ ਕਿ ਹੁਣ ਟਾਈਮ ਨਹੀਂ ਹੈ, ਹੁਣ ਇਹ ਨਹੀਂ ਹੈ। ਅੱਠੇ ਪਹਿਰ ਉਸ ਪ੍ਰਭੂ ਦੀ ਸੇਵਾ ਦੇ ਵਿੱਚ ਰਹਿੰਦੇ ਨੇ, ਤੇ ਪਰ ਸੱਚਾ ਉਪਦੇਸ਼ ਦਿੰਦੇ ਨੇ, ਝੂਠੀਆਂ ਗੱਲਾਂ ਨਹੀਂ। ਮੋਹ ਮਾਇਆ ਕੈ ਸੰਗ ਨਾ ਲੇਪ। ਉਹ ਜੋ ਕਰਦੇ ਆ, ਕੋਈ ਮੋਹ ਮਾਇਆ ਵਾਸਤੇ ਨਹੀਂ ਕਰਦੇ, ਕੁਛ ਲੈਣ ਵਾਸਤੇ ਨਹੀਂ ਕਰਦੇ। ਇਸ ਤੋਂ ਨਿਰਲੇਪ ਰਹਿੰਦੇ ਨੇ, ਕਿਉਂਕਿ ਇਹ ਤਾਂ ਪ੍ਰਭੂ ਦਾ ਖਜ਼ਾਨਾ ਹੈ, ਇਸ ਦੀ ਕੋਈ ਕੀਮਤ ਨਹੀਂ ਹੈ। ਜੇ ਕੋਈ ਕਹਿੰਦਾ ਹੈ ਵੀ ਇੰਨੀ ਕੀਮਤ ਲੱਗੇਗੀ, ਇੰਨੀ ਭੇਟਾ ਲੱਗੇਗੀ, ਉਹ ਫਿਰ ਪ੍ਰਭੂ ਨੂੰ ਉਸਨੇ ਨਹੀਂ ਪਾਇਆ। ਉਹ ਸਾਨੂੰ ਸੱਚਾ ਉਪਦੇਸ਼ ਨਹੀਂ ਦੇ ਸਕਦਾ, ਕਿਉਂਕਿ ਇਹ ਉਪਦੇਸ਼ ਦੀ ਕੋਈ ਕੀਮਤ ਨਹੀਂ ਹੈ, ਤੇ ਇਹ ਪ੍ਰਭੂ ਦਾ ਆਪਣਾ ਖਜ਼ਾਨਾ ਹੈ। ਪਰ ਜਿਨ੍ਹਾਂ ਤੇ ਦਇਆ ਕਰਦਾ, ਉਹਨਾਂ ਦੇ ਮਨ ਦੇ ਵਿੱਚ ਇਹ ਪ੍ਰਗਟ ਕਰ ਦਿੰਦਾ ਹੈ। ਮਨ ਮੈਂ ਰੱਖੈ ਹਰ ਹਰ ਏਕ। ਮਨ ਦੇ ਵਿੱਚ ਸਿਰਫ ਹਰੀ ਇੱਕ ਪਰਮੇਸ਼ਰ ਨੂੰ ਵਸਾਉਂਦਾ ਹੈ, ਰੱਖਦਾ ਹੈ, ਤੇ ਉਸੇ ਦਾ ਗਿਆਨ ਦਿੰਦਾ ਹੈ। ਅੰਧਕਾਰ ਦੀਪਕ ਪ੍ਰਗਾਸ ਹੈ। ਉਹ ਫਿਰ ਗੁਰ ਦੇ ਗਿਆਨ ਦੁਆਰਾ ਅਗਿਆਨਤਾ ਦੇ ਅੰਧੇਰੇ ਵਿੱਚ ਪ੍ਰਕਾਸ਼ ਕਰਦਾ ਹੈ। ਜਿਵੇਂ ਅੰਧੇਰੇ ਦੇ ਵਿੱਚ ਦੀਵਾ ਬਾਲਣ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ, ਇੱਦਾਂ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਗੁਰ ਦਾ ਗਿਆਨ ਦੇ ਕੇ ਪ੍ਰਕਾਸ਼ ਕਰਦਾ ਹੈ। ਗੁਰ ਦਾ ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਉਹ ਐਸਾ ਗਿਆਨ ਦਿੰਦਾ ਹੈ, ਜਿਸ ਗਿਆਨ ਨੂੰ ਹਿਰਦੇ 'ਚ ਵਸਾਉਣ ਦੇ ਨਾਲ ਭਰਮ ਖਤਮ ਹੋ ਜਾਂਦਾ ਹੈ, ਮੋਹ ਖਤਮ ਹੋ ਜਾਂਦਾ, ਦੁੱਖ ਸਾਰੇ ਦੂਰ ਹੋ ਜਾਂਦੇ ਨੇ। ਪਰ ਦੇਖੇ ਜਿਹੜੇ ਲੈ ਕੇ ਉਸ ਨੂੰ ਮਨ ਵਿੱਚ ਵਸਾ ਕੇ ਕਮਾਉਂਦੇ ਨੇ। ਤਪਤ ਮਾਹੇ ਠਾੜ ਵਰਤਾਈ। ਇਹ ਜਿਹੜਾ ਕਲਯੁਗ ਤੱਤਾ ਹੈ, ਮਨ ਅਸ਼ਾਂਤ ਹੁੰਦਾ ਹੈ, ਉੱਥੇ ਹੀ ਫਿਰ ਮਨ
ਸ਼ਾਂਤ ਹੋ ਜਾਂਦਾ ਹੈ। ਤਪਤੇ ਵਿੱਚ ਠੰਡ ਵਰਤ ਜਾਂਦੀ ਹੈ। ਨਫ਼ਰਤ, ਬੈਰ, ਵਿਰੋਧ, ਚਿੰਤਾ, ਇਹਨਾਂ ਤੋਂ ਮਨ ਨਿਰਲੇਪ ਹੋ ਜਾਂਦਾ ਹੈ। ਆਨੰਦ ਪਿਆ ਦੁੱਖ ਨਾਠੇ ਪਾਈ, ਮਨ ਆਨੰਦ ਵਿੱਚ ਆ ਜਾਂਦਾ ਹੈ। ਦੁੱਖ ਖਤਮ ਹੋ ਜਾਂਦੇ ਨੇ। ਮਨ ਦੇ ਦੁੱਖ ਜਿਹੜੇ ਦੋ ਤਰ੍ਹਾਂ ਦੇ ਦੁੱਖ ਨੇ, ਇੱਕ ਤਨ ਨੂੰ ਦੁੱਖ ਲੱਗੇ ਨੇ, ਇੱਕ ਮਨ ਦੇ। ਮਨ ਦਾ ਵਿਛੋੜਾ ਖਤਮ ਹੋ ਗਿਆ। ਸਭ ਤੋਂ ਬੜਾ ਦੁੱਖ ਸੀ ਜਿਹੜਾ ਦੁੱਖ ਵਿਛੋੜਾ। ਇੱਕ ਦੁੱਖ ਭੁੱਖ, ਜਿਹੜਾ ਮਾਇਆ ਦਾ ਭੁੱਖ ਲੱਗੀ ਸੀ, ਉਹ ਮਨ ਨਾਮ ਨਾਲ ਤ੍ਰਿਪਤ ਹੋ ਗਿਆ। ਉਸਦੀ ਮਾਇਆ ਦੀ ਭੁੱਖ ਖਤਮ ਹੋ ਗਈ। ਇੱਕ ਦੁੱਖ ਸਖਤਵਾਰ ਜਮਦੂਤ, ਫਿਰ ਜਿਹੜਾ ਜਮਾਂ ਦਾ ਡਰ ਸੀ ਉਹ ਵੀ ਖਤਮ ਹੋ ਗਿਆ। ਇਹਦਾ ਮਨ ਤੇ ਦੁੱਖ ਖਤਮ ਹੋ ਜਾਂਦੇ ਨੇ। ਜਨਮ ਮਰਨ ਕੇ ਮਿਟੇ ਅੰਦੇਸੇ, ਜਨਮ ਮਰਨ ਦਾ ਜਿਹੜਾ ਡਰ ਸੀ ਉਹ ਖਤਮ ਹੋ ਜਾਂਦਾ ਹੈ। ਸਾਧੂ ਕੇ ਪੂਰਨ ਉਪਦੇਸੇ, ਜਦੋਂ ਸਾਧੂ ਜਨਾਂ ਦਾ ਪੂਰਾ ਉਪਦੇਸ਼ ਲੈ ਲੈਂਦੇ ਹਾਂ, ਮਨ ਵਿੱਚ ਵਸਾ ਲੈਂਦੇ ਹਾਂ, ਤੇ ਉਹਦੇ ਨਾਲ ਸਾਡਾ ਜਨਮ ਮਰਨ ਖਤਮ ਹੋ ਜਾਂਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ। ਪਉ ਚੁੱਕਾ ਨਿਰਭਉ ਹੋਏ ਬਸੈ, ਮਨ ਦੇ ਵਿੱਚੋਂ ਡਰ ਖਤਮ ਹੋ ਜਾਂਦਾ ਹੈ, ਕਿਉਂਕਿ ਮਨ ਜਾ ਕੇ ਨਿਰਭਉ ਦੇ ਵਿੱਚ ਵਸ ਜਾਂਦਾ ਹੈ। ਨਿਰਭਉ ਨੂੰ ਧਿਆਉਂਦਾ ਹੈ। ਨਿਰਭਉ ਨੂੰ ਧਿਆ ਕੇ ਨਿਰਭਉ ਹੋ ਜਾਂਦਾ ਹੈ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਨ ਨਾਨਕ ਜੀ। ਤੇ ਉਹ ਜੀਵ ਜਿਹੜੇ ਨੇ, ਜਿਹੜੇ ਫਿਰ ਪ੍ਰਭੂ ਨੂੰ ਪਾ ਲੈਂਦੇ ਨੇ, ਉਹਦਾ ਰੂਪ ਹੋ ਜਾਂਦੇ ਨੇ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹਨਾਂ ਤੋਂ ਬਲਿਹਾਰੇ ਜਾਂਦੇ ਨੇ। ਉਹ ਧਨ ਨੇ ਜਿਹੜੇ ਹਰੀ ਨੂੰ ਧਿਆਉਂਦੇ ਨੇ। ਨਾਮ ਧਿਆਉਣਾ, ਨਾਮ ਧਿਆਉਣ ਤੋਂ ਬਾਅਦ ਫਿਰ ਹਰੀ ਪ੍ਰਗਟ ਹੋ ਜਾਂਦਾ, ਫਿਰ ਹਰੀ ਦਾ ਧਿਆਉਣਾ ਹੁੰਦਾ ਹੈ। ਸਗਲ ਵਿਆਦ ਮਨ ਤੇ ਖੈ ਨਸੈ, ਜਿੰਨੀਆਂ ਵਿਆਦੀਆਂ ਸੀ ਮਨ ਤੋਂ ਖਤਮ ਹੋ ਜਾਂਦੀਆਂ ਨੇ। ਮਨ ਦੇ ਭਰਮ, ਸ਼ੰਕੇ, ਬੈਰ, ਵਿਰੋਧ, ਨਫ਼ਰਤ ਸਾਰਾ ਨਿਕਲ ਜਾਂਦਾ ਹੈ। ਜਿਸ ਕਾ ਸਾ ਤਿਨ ਕਿਰਪਾ ਤਾਰੀ, ਪਰ ਇਹ ਕਿਰਪਾ ਤਾਰਦਾ ਹੈ ਪ੍ਰਭੂ, ਜਿਸ ਨੇ ਇਹ ਸਾਨੂੰ ਸਾਰਾ ਕੁਛ ਇਸ ਦੇ ਵਿੱਚ ਫਸਾਇਆ ਸੀ ਵਿਛੋੜ ਕੇ, ਉਹੀ ਫਿਰ ਕਿਰਪਾ ਤਾਰਦਾ ਹੈ। ਉਹੀ ਸਾਨੂੰ ਇਹਨਾਂ ਤੋਂ ਕੱਢ ਲੈਂਦਾ ਹੈ। ਸਾਧ ਸੰਗ ਜਪ ਨਾਮ ਮੁਰਾਰੀ, ਸਾਧੂ ਜਨਾਂ ਦਾ ਸੰਗ ਕਰਕੇ ਉਸ ਪ੍ਰਭੂ ਦੇ ਨਾਮ ਨੂੰ ਜਪ ਕੇ ਆਪ ਪ੍ਰਭੂ ਕਿਰਪਾ ਕਰਦਾ ਹੈ। ਫਿਰ ਸਾਡੇ ਅੰਦਰੋਂ ਇਹ ਖਤਮ ਕਰ ਦਿੰਦਾ ਹੈ ਸਾਰਾ ਕੁਛ ਹੀ। ਥਿਤ ਪਾਈ ਚੁੱਕੇ ਪਰਮ ਗਵਨ, ਫਿਰ ਮਨ ਥਿਤ ਪ੍ਰਾਪਤ ਕਰ ਲੈਂਦਾ ਹੈ। ਥਿਰ ਅਵਸਥਾ ਦੇ ਵਿੱਚ ਆ ਜਾਂਦਾ ਹੈ। ਥਿਰ ਕਰਤਾ ਪ੍ਰਾਪਤ ਕਰ ਲੈਂਦਾ ਹੈ। ਤੇ ਜਿਹੜਾ ਭ੍ਰਮਣ ਖਤਮ ਹੋ ਜਾਂਦਾ ਹੈ, ਆਵਾਗਮਨ ਖਤਮ ਹੋ ਜਾਂਦਾ ਹੈ। ਸੁਣ ਨਾਨਕ ਹਰ ਹਰ ਜਸ ਸਰਵਣ, ਹਰੀ ਦਾ ਜਸ ਸਰਵਣਾ ਨਾਲ ਸੁਣ ਕੇ, ਕਮਾ ਕੇ, ਮੰਨ ਕੇ, ਤੇ ਸਾਡੇ ਅੰਦਰੋਂ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਜਿਹੜੇ ਸਾਧੂ ਦੇ ਪੂਰੇ ਉਪਦੇਸ਼ ਨੂੰ ਸੁਣ ਕੇ ਮੰਨਦੇ ਨੇ। ਨਿਰਗੁਣ ਆਪ ਸਰਗੁਣ ਵੀ ਉਹੀ, ਫਿਰ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਨਿਰਗੁਣ ਵੀ ਹੈ ਆਪ ਉਹ, ਤੇ ਆਪ ਸਰਗੁਣ ਰੂਪ ਦੇ ਵਿੱਚ ਪ੍ਰਗਟ ਹੋ ਕੇ ਆਪਣੇ ਜਨਾਂ ਦੁਆਰਾ ਸਾਨੂੰ ਗਿਆਨ ਵੀ ਦਿੰਦਾ ਹੈ। ਉੱਥੇ ਸਰਗੁਣ ਰੂਪ ਵੀ ਉਸੇ ਦਾ ਹੈ। ਕਲਾ ਧਾਰ ਜਿਨ ਸਗਲੀ ਮੋਹੀ, ਜਿਹੜਾ ਕਲਾ ਦੁਆਰਾ ਆਪਣੇ ਮੋਹ ਦੇ ਵਿੱਚ ਪਾ ਲੈਂਦਾ ਹੈ, ਆਪਣੇ ਨਾਲ ਪਿਆਰ ਪਾ ਲੈਂਦਾ ਹੈ, ਜਿਨ੍ਹਾਂ ਤੇ ਦਇਆ ਕਰਦਾ ਹੈ, ਉਹਨਾਂ ਦੇ ਵਾਸਤੇ ਫਿਰ ਨਿਰਗੁਣ ਤੇ ਸਰਗੁਣ ਇੱਕ ਰੂਪ ਹੁੰਦੇ ਨੇ। ਆਪਣੇ ਚਰਿਤ ਪ੍ਰਭ ਆਪ ਬਣਾਏ, ਇਹ ਸਾਰਾ ਆਪਣਾ ਖੇਲ ਹੈ, ਉਸਦਾ ਆਪ ਬਣਾਉਂਦਾ ਹੈ। ਆਪਣਾ ਗਿਆਨ ਦੇ ਕੇ ਜਿਨ੍ਹਾਂ ਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਆਪਾ ਆਪ ਬੁਝਾਉਂਦਾ ਹੈ। ਆਪਣੀ ਕੀਮਤ ਆਪੇ ਪਾਏ, ਆਪਣੀ ਜਿਹੜੀ ਕੀਮਤ ਹੈ, ਆਪਾ ਜਿਹੜਾ ਗਿਆਨ ਹੈ ਆਪਾ ਬੁਝਾਉਣਾ, ਉਹ ਆਪ ਬੁਝਾਉਂਦਾ ਹੈ। ਕਿਸੇ ਕੀਮਤ ਤੇ ਨਹੀਂ ਪਾਇਆ ਜਾ ਸਕਦਾ। ਲੇਕਿਨ ਜਿਨ੍ਹਾਂ ਤੇ ਖੁਸ਼ ਹੁੰਦਾ ਹੈ, ਜਿਹੜੇ ਨਿਸ਼ਕਾਮ ਰਹਿ ਕੇ ਉਸ ਦੇ ਗ੍ਰਹਿ 'ਚ ਰਹਿੰਦੇ ਨੇ, ਉਸ ਦੇ ਦਰ 'ਤੇ ਰਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਕੁਛ ਨਹੀਂ ਜਣਾਉਂਦੇ,
ਉਹਨਾਂ ਤੇ ਖੁਸ਼ ਹੋ ਕੇ ਫਿਰ ਇਹ ਸਾਰਾ ਗਿਆਨ ਆਪ ਕਰਵਾ ਦਿੰਦਾ ਹੈ, ਆਪ ਪ੍ਰਗਟ ਹੋ ਜਾਂਦਾ ਹੈ। ਹਰ ਬਿਨ ਦੂਜਾ ਨਾਹੀ ਕੋਈ, ਜਿਨ੍ਹਾਂ ਨੂੰ ਜਨਾ ਦਿੰਦਾ ਹੈ ਉਹਨਾਂ ਵਾਸਤੇ ਸਾਰਾ ਇਹ ਸੰਸਾਰ ਹੀ ਹਰੀ ਦਾ ਰੂਪ ਹੈ। ਦੂਜਿਆਂ ਵਾਸਤੇ ਵੀ ਸੰਸਾਰ ਹੈ ਤੇ ਉਹਨਾਂ ਵਾਸਤੇ ਹਰੀ ਦਾ ਰੂਪ ਹੈ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਨੇਤਰ ਅੰਧੇ ਨੇ, ਸੱਚਾ ਗੁਰ ਮਿਲਣ ਦੇ ਨਾਲ ਦਿਵ ਦ੍ਰਿਸ਼ਟ ਹੋ ਜਾਂਦੀ ਹੈ, ਸਾਰਾ ਹਰੀ ਦਾ ਰੂਪ ਨਜ਼ਰ ਆਉਂਦਾ ਹੈ। ਸਰਬ ਨਿਰੰਤਰ ਏਕੋ ਸੇ, ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਏਕੋ ਸੇ, ਸਾਰੇ ਥਾਂ ਸਦਾ ਹੀ ਇੱਕ ਪਰਮੇਸ਼ਰ ਵਸਦਾ ਹੈ, ਦੂਜਾ ਨਹੀਂ ਹੈ। ਓਤ ਪੋਤ ਰਵਿਆ ਰੂਪ ਰੰਗ, ਸਾਰੇ ਪਾਸੇ ਉਹੀ ਰਵਿਆ ਨਜ਼ਰ ਆਉਂਦਾ ਹੈ, ਉਸੇ ਦਾ ਰੂਪ ਜਿਹੜਾ ਪ੍ਰਕਾਸ਼ ਰੂਪ ਹੈ ਉਹ ਨਜ਼ਰ ਆਉਂਦਾ ਹੈ। ਭੈ ਪ੍ਰਗਾਸ ਸਾਧ ਕੈ ਸੰਗ, ਸਾਧੂ ਜਨਾਂ ਦਾ ਸੰਗ ਕਰਕੇ ਜਦੋਂ ਕਮਾ ਕੇ ਮੰਨ ਕੇ ਚੱਲਦੇ ਹਾਂ ਫਿਰ ਸਾਰੇ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹੀ ਪ੍ਰਕਾਸ਼ ਰੂਪ ਪ੍ਰਭੂ ਹੀ ਨਜ਼ਰ ਆਉਂਦਾ ਹੈ। ਰਚ ਰਚਨਾ ਆਪਣੀ ਕਲਪਧਾਰੀ, ਉਸ ਪ੍ਰਭੂ ਨੇ ਜਿਸ ਨੇ ਆਪਣੀ ਰਚਨਾ ਰਚੀ ਹੈ, ਇਹ ਕਾਲ ਨੂੰ ਪੈਦਾ ਕੀਤਾ ਹੈ, ਉਹ ਪ੍ਰਭੂ ਜਿਸ ਨੇ ਸਾਨੂੰ ਭਰਮ ਦੇ ਵਿੱਚ ਪਾਇਆ ਹੈ, ਉਸ ਨੂੰ ਫਿਰ ਉਸ ਨੂੰ ਅਸੀਂ ਜਾਣ ਲੈਂਦੇ ਹਾਂ, ਉਹ ਸਾਨੂੰ ਆਪਾਂ ਜਨਾ ਦਿੰਦਾ ਹੈ ਤੇ ਅਸੀਂ ਫਿਰ ਉਸ ਤੋਂ ਬਲਿਹਾਰੇ ਜਾਂਦੇ ਹਾਂ। ਅਨੇਕ ਵਾਰ ਨਾਨਕ ਬਲਿਹਾਰੀ, ਫਿਰ ਬਲਿਹਾਰੇ ਇੱਕ ਵਾਰ ਨਹੀਂ ਅਨੇਕਾਂ ਵਾਰ ਉਸ ਪ੍ਰਭੂ ਤੋਂ, ਉਸ ਗੁਰ ਤੋਂ ਬਾਰੇ ਜਾਂਦੇ ਹਾਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਬਾਰ। ਫਿਰ ਅਸੀਂ ਬਾਰ ਬਾਰ ਗੁਰ ਤੋਂ ਬਾਰੇ ਜਾਣਾ ਹੈ। ਜੇ ਅਸੀਂ ਗੁਰ ਨੂੰ ਨਹੀਂ ਚੇਤਦੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਸੁਚੇਤ ਹੋ ਕੇ ਮਨ ਦੁਆਰਾ ਅਸੀਂ ਨਹੀਂ ਉਸ ਨੂੰ ਚੇਤਦੇ। ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਫਿਰ ਸਾਡੀ ਹਾਲਤ ਕਿਵੇਂ ਹੁੰਦੀ ਕਿ ਅਸੀਂ, ਸਾਡੇ ਕੋਲ ਗੁਣ ਨਹੀਂ, ਇਸ ਕਰਕੇ ਸਾਨੂੰ ਦਰਗਾਹ ਦੇ ਵਿੱਚ ਠਾਣ ਨਹੀਂ ਮਿਲਦੀ, ਅਸੀਂ ਪ੍ਰਭੂ ਦੇ ਲਾਇਕ ਨਹੀਂ ਹੁੰਦੇ। ਜਿਵੇਂ ਖੇਤਾਂ ਦੇ ਵਿੱਚ ਤਿਲਾਂ ਦੇ ਬੂਟੇ ਤਾਂ ਬਹੁਤ ਵੱਡੇ ਹੋ ਜਾਂਦੇ ਪਰ ਉਹਨਾਂ ਨੂੰ ਫਲ ਨਹੀਂ ਸੀ ਲੱਗਦਾ, ਤੇ ਜ਼ਿਮੀਂਦਾਰ ਦੇ ਉਹ ਲੇਖੇ ਵਿੱਚ ਨਹੀਂ ਸੀ ਪੈਂਦੇ, ਉਹਨਾਂ ਦੀ ਕਦਰ ਨਹੀਂ ਸੀ ਪੈਂਦੀ। ਜਦੋਂ ਕਿਸਾਨ ਤਿਲ ਲੈ ਕੇ ਆਉਂਦਾ ਵੱਢ ਕੇ ਘਰ ਨੂੰ, ਤੇ ਉਹਨਾਂ ਬੂਟਿਆਂ ਨੂੰ ਖੇਤ 'ਚ ਛੱਡ ਦਿੰਦਾ ਸੀ। ਇੱਦਾਂ ਹੀ ਜੇ ਅਸੀਂ ਗੁਰ ਨੂੰ ਨਹੀਂ ਚੇਤਦੇ ਤੇ ਸਾਡੀ ਵੀ ਇਹ ਹਾਲਤ ਹੋਣੀ ਹੈ। ਸੋ ਖੇਤਾਂ ਅੰਦਰ ਛੁੱਟੀਏ ਕਹੋ ਨਾਨਕ ਸੋ, ਨਾ ਫਲੀਏ ਫੁਲੀਏ ਬਪੜੇ ਪੀਤਨ ਵਿੱਚ ਸੋ। ਕਹਿੰਦੇ ਸਰੀਰ ਕਰਕੇ ਬਹੁਤ ਵੱਡੇ ਹੋ ਜਾਈਏ, ਬਾਹਰੋਂ ਦਿਖਾਵਾ ਬਹੁਤ ਹੋਵੇ ਲੇਕਿਨ ਅੰਦਰ ਸੁਆ ਹੈ, ਜੇ ਅਸੀਂ ਗੁਰ ਨੂੰ ਨਹੀਂ ਚੇਤਦੇ। ਸੁਆਓ ਗੁਰਮੁਖ ਪਿਆਰਿਓ, ਹੁਣ ਆਪਾਂ ਨਾਲ ਨਾਲ ਗੁਰ ਨੂੰ ਸਮਝ ਕੇ ਆਪਾਂ ਚਿਤਵਨਾ ਹੈ, ਚੇਤਨਾ ਹੈ, ਤਾਂ ਕਿ ਪ੍ਰਭੂ ਆਪ ਖੁਸ਼ ਹੋ ਕੇ ਸਾਡੇ ਅੱਗੇ ਪ੍ਰਗਟ ਹੋ ਜਾਵੇ। ਕਿਉਂਕਿ ਆਪਾਂ ਵਿਚਾਰ ਕੇ ਆਏ ਹਾਂ ਕਿ ਐਸਾ ਸਮਾਂ ਆਉਣ ਵਾਲਾ ਹੈ ਕਿ ਕਰੋੜਾਂ ਜੀਵ ਉਸ ਪ੍ਰਭੂ ਦੇ ਦਾਸ ਹੋਣਗੇ, ਜਿਨ੍ਹਾਂ ਨੂੰ ਆਤਮ ਪ੍ਰਕਾਸ਼ ਹੋਏਗਾ। ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ। ਅਸੰਖਾਂ ਦੀ ਗਿਣਤੀ 'ਚ ਹੋਣਗੇ। ਸੋ ਆਓ ਆਪਾਂ ਉਹਨਾਂ ਦੇ ਵਿੱਚੋਂ ਆਪਾਂ ਵੀ ਹੋਈਏ ਕਿ ਅਸੀਂ ਵੀ ਉਸ ਦੇ ਦਾਸ ਬਣ ਜਾਈਏ, ਅਸੀਂ ਵੀ ਆਤਮ ਪ੍ਰਕਾਸ਼ ਦੇ ਵਿੱਚ ਸਮਾ ਜਾਈਏ, ਅਸੀਂ ਵੀ ਪ੍ਰਭੂ ਦੇ ਗੁਣ ਗਾਈਏ। ਸੋ ਇਸ ਵਾਸਤੇ ਆਪਾਂ ਕਰਨਾ ਕੀ ਹੈ, ਕੁਛ ਔਖਾ ਨਹੀਂ, ਕੁਛ ਪਰਹੇਜ ਨੇ ਇਸ ਦੇ ਵਿੱਚ ਕਿ ਪਰਾਇਆ ਤਨ ਪਰਾਈ ਨਿੰਦਾ ਨੂੰ ਤਿਆਗ ਕੇ ਸਿਰਫ ਦੋਨਾਂ ਨੇਤਰਾਂ ਨੂੰ ਸਮ ਕਰਕੇ ਜਿੱਥੋਂ ਸਵਾਸ ਆਉਂਦਾ ਹੈ ਇਸ ਪੁਆਇੰਟ ਤੇ ਆਪਾਂ ਧਿਆਉਂਦੇ ਰਹਿਣਾ ਹੁੰਦਾ ਹੈ।
पर नाल नाल आपां इन्हां चीज़ां तो बचना है, काम तो, क्रोध तो, लोभ तो, मोह तो, हंकार तो। क्योंकि जे ये नहीं विसरदे फिर आपां सेवा तो करांगे लेकिन साडी नेफल चली जाती है। पर समझाउंदे ने काम न विसरियो, क्रोध न विसरियो, लोभ न छूटियो देवा, पर निंदा मुख ते नहीं छूटी, नेफल पई सब सेवा। सो इन्हां दा त्याग करना है ते नाल नाल आपां त्यागना है सम करके। आओ समझदे हां किवें करना है। दोनों नेत्रां नूं इस पॉइंट ते आपां सम करना है, इत्थे दृष्टि नूं फोकस करना है ते इत्थे अपने आप नूं समझना है, अपने आप नूं पहचानना है। जदों असीं दृष्टि इत्थे फोकस करांगे अपनी, आपां इत्थे देखना है कि नक दिसदा जां नहीं। क्योंकि जे असीं एक दृष्ट हाँ तो सानूं अपना नक नज़र नहीं आएगा, जिथे साडा मन देवता अवस्था दे विच है। जेकर नक नज़र आउंदा है फिर आपां दो दृष्टि दे विच हाँ, त्रै गुणा दे विच हाँ, ते फिर आपां ये देखना है भी किस पासों नज़र आउंदा है, सज्जे खब्बे जां दवल्ले विचाले। क्योंकि इस पासे तमोगुण है, इस पासे रजोगुण है, ते विचाले सतोगुण है। जे नज़र नहीं आउंदा ते फिर साडा मन जिहड़ा है एक देवता अवस्था ते है, पर इत्थे भी मुक्त नहीं है। क्योंकि मुक्त होना है नाम नूं त्याग के। जदों मुख प्रकाश होएगा वो गुरत होएगा। सुर नर मुनि जरा अमृत खोजदे सो अमृत गुर ते पाया। सो इस तरीके नाल अपने आप नूं परखना है। इत्थों फिर आप जी नूं आवाज़ देवांगे कि ध्यान सामने लैके आओ। फिर इत्थों आपां सामने देखना है। फिर आप जी नूं आवाज़ देवांगे कि ध्यान मस्तक दे सामने लै जाओ ते आपां पलकां उत्त चुको। फिर जदों कहांगा सामने वापस फिर सामने, फिर जदों कहांगे सम करके देखो, फिर दृष्टि नूं फोकस करके अपने आप नूं देखना है। जे कोई नवा जीव जे नक दिसदा है, चाहे सज्जे खब्बे जिस पासे मर्जी, उस तो बाद जदों आपां ध्यान ला के वापस आवांगे फिर देखना है। जे देख फिर नक दिसनों हट गया तो असी एक दृष्ट हो गए। जिथे मन देवता बन गया फिर आपां त्यावांगे, त्याउण दे नाल मुख उज्जल होएगा ते आपां मुक्त हो जाएंगे। सो आओ नेत्र सम करके देखो अपने आप नूं। सामने लैके आओ ध्यान। मस्तक दे सामने लै जाओ, पलक उत्ते चुको। फिर सामने ले आओ। फिर सम करके देखो, दृष्टि फोकस करके अपने आप नूं देखो, अपने प्रकाश रूप नूं देखो। जेकर कोई नवा जीव
ਜੇ ਉਸਨੂੰ ਨੱਕ ਦਿਸਦਾ ਸੀ, ਉਹ ਇਹ ਦੇਖੇ ਕਿ ਹੁਣ ਨੱਕ ਦਿਸਣੋਂ ਹਟ ਗਿਆ। ਜੇ ਦਿਸਣੋਂ ਹਟ ਗਿਆ ਜਾਂ ਹਲਕਾ ਹਲਕਾ ਇਸ ਪਾਸੇ ਖੱਬੇ ਪਾਸੇ ਇੱਕ ਪਰਛਾਈ ਜੀ ਨਜ਼ਰ ਆਉਂਦੀ ਹੈ, ਇੱਥੇ ਅਸੀਂ ਇੱਕ ਦ੍ਰਿਸ਼ਟ ਹੋ ਜਾਂਦੇ ਹਾਂ, ਕਿਉਂਕਿ ਦ੍ਰਿਸ਼ਟ ਹੋਣ 'ਤੇ ਹੀ ਇਹ ਅਵਸਥਾ ਬਣਦੀ ਹੈ। ਨੀਚੇ ਲੈ ਜਾਓ ਧਿਆਨ। ਨੀਚੇ ਆਪਾਂ ਜਿੱਥੇ ਬੈਠੇ ਹਾਂ, ਜੋ ਥੱਲੇ ਵਿਛਿਆ ਹੈ ਚਾਦਰ ਫਰਸ਼ ਜੋ ਵੀ ਹੈ, ਉਸ ਤੋਂ ਥੋੜ੍ਹਾ ਜਿਹਾ ਉੱਪਰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਰਿਲੈਕਸ, ਜ਼ੋਰ ਨਹੀਂ ਲਗਾਉਣਾ, ਬਿਲਕੁਲ ਰਿਲੈਕਸ। ਇਹ ਨੱਕ ਦਾ ਪੁਆਇੰਟ ਛੱਡ ਦੇਣਾ ਹੁੰਦਾ ਜਦੋਂ ਆਪਾਂ ਨੀਚੇ ਲੈ ਕੇ ਜਾਂਦੇ, ਅੱਗੇ ਲੈ ਜਾਣਾ ਧਿਆਨ, ਨੱਕ ਨਹੀਂ ਦੇਖਣਾ। ਹੁਣ ਇਹ ਪੁਆਇੰਟ ਛੱਡ ਦੇਣਾ, ਥੱਲੇ ਦੇਖਣਾ ਹੈ। ਸਮ ਕਰਕੇ ਦੇਖੋ ਆਪਣੇ ਆਪ ਨੂੰ, ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ, ਆਪਣੇ ਪ੍ਰਕਾਸ਼ ਰੂਪ ਨੂੰ ਦੇਖੋ। फिर नीचे ले जो ध्यान, बिल्कुल रिलैक्स।
ਸਮ ਕਰਕੇ ਦੇਖੀਏ ਆਪਣੇ ਆਪ ਨੂੰ। ਆਪਣੇ ਪ੍ਰਕਾਸ਼ ਰੂਪ ਨੂੰ ਦੇਖੋ ਜੀ। ਤੇ ਇੱਥੇ ਆਪਾਂ ਇਹ ਦੇਖਣਾ ਹੁੰਦਾ ਕਿ ਜੋ ਸਾਨੂੰ ਪ੍ਰਕਾਸ਼ ਸਾਹਮਣੇ ਦਿਸਦਾ ਤੇ ਸਾਡੇ ਮੁਖ ਤੇ ਜੋ ਪ੍ਰਕਾਸ਼ ਹੈ ਕਿ ਦੋਨੋਂ ਇੱਕ ਹੀ ਨੇ। ਕਿਉਂਕਿ ਜੋ ਆਪਣੇ ਮੁਖ ਤੇ ਪ੍ਰਕਾਸ਼ ਪ੍ਰਗਟ ਹੋ ਜਾਂਦਾ, ਮੁਖ ਉਜਲ ਹੋ ਜਾਂਦਾ, ਉਹੀ ਪ੍ਰਕਾਸ਼ ਸਾਨੂੰ ਸਾਹਮਣੇ ਦਿਸਦਾ ਹੈ। ਉੱਥੇ ਆਪਾਂ ਇੱਕ ਰੂਪ ਹੋ ਜਾਂਦੇ ਉਸ ਪ੍ਰਭੂ ਦੇ। ਉੱਥੇ ਹੀ ਇੱਕ ਅਵਸਥਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬ੍ਰਹਮ ਜਨ ਜਨਮੈ ਪਾਰਥ। ਇਸ ਅਵਸਥਾ ਨੂੰ ਕਹਿੰਦੇ ਨੇ ਬਸਤ ਮਾਏ ਲੈ ਬਸਤ ਗੜਾਈ, ਤਾਂ ਕੋ ਪਿੰਨ ਨਾ ਕਹਿਣਾ ਜਾਈ। ਬੂਝੈ ਬੂਝਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਅਭਿਆਸ ਕਰਨਾ ਹੈ। ਸਮ ਕਰ ਲੈਣਾ, ਫਿਰ ਨੀਚੇ ਲੈ ਜਾਣਾ, ਫਿਰ ਸਮ ਕਰ ਲੈਣਾ, ਫਿਰ ਨੀਚੇ ਲੈ ਜਾਣਾ ਤੇ ਅਭਿਆਸ ਕਰਨਾ। ਆਸ਼ਾ ਨਹੀਂ ਰੱਖਣੀ ਕੋਈ ਵੀ ਮਨ ਦੇ ਵਿੱਚ, ਕਿਉਂਕਿ ਉਹ ਸਾਡੀ ਕਾਲਨਾ ਨੂੰ ਇੱਕ ਤਿਲ ਵੀ ਨਹੀਂ ਪੰਦਾ, ਪਰ ਆਪਾਂ ਉਸ ਨੂੰ ਚਿੱਤ ਬਣਾ ਹੈ। ਸਮਝਾਉਂਦੇ ਨੇ ਸੋ ਕਿਉ ਵਿਸਰੈ ਜੇ ਘਾਲ ਨਾ ਪਾਨੈ, ਸੋ ਕਿਉ ਵਿਸਰੈ ਜੇ ਕੀਆ ਜਾਨੈ। ਸੋ ਕਿਉ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉ ਵਿਸਰੈ ਜੇ ਜੀਵਨ ਜੀਆ। ਗੁਰ ਪੂਰਾ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।